ਤਾਂ ਪੰਜਾਬ ਵਰਗੀ ਇੱਕ ਫਿਲਮ ਪੰਜਾਬ 'ਤੇ ਬਣਾਈ ਗਈ ਔਰ ਜਿਹੜੇ ਅਸੀਂ ਅੱਜ ਆਪ ਮੰਨਦੇ ਹਾਂ ਕਿ ਉਹ ਹਕੀਕਤ ਹੈ। ਮੈਂ 4/8/2000 ਨੂੰ ਕੈਪਟਨ ਸਾਹਿਬ ਨੂੰ ਇੱਕ ਲੈਟਰ ਲਿਖਿਆ। ਚੀਫ ਮਿਨਿਸਟਰ ਨੂੰ ਲੈਟਰ ਲਿਖ ਰਿਹਾ ਤੇ ਉਹਨੂੰ ਸੀਨ ਕੌਣ ਕਰ ਰਿਹਾ? ਉਹਦਾ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ। ਇਹਦਾ ਮਤਲਬ ਕਿ ਚੀਫ ਮਿਨਿਸਟਰ ਸੀਰੀਅਸ ਹੀ ਨਹੀਂ। ਕਿੱਥੇ ਕੇਸ ਕਿੱਥੇ ਪਏ ਨੇ ਪਤਾ ਹੀ ਨਹੀਂ ਇਹਨਾਂ ਨੂੰ ਕਿ ਕਿੱਥੇ ਫਾਈਲਸ ਕਿੱਥੇ ਪਈਆਂ ਨੇ। ਲਾਈਨ ਲਿਖੇਗੀ ਅਲਮਾਰੀ ਹਾਂ ਦੇਖੋ ਤੇ ਫਾਈਲ ਨਹੀਂ ਮਿਲਦੀ। ਪਰ ਜਿਹੜੀ ਹੁਣ ਤੁਹਾਡੇ ਹੱਥ 'ਚ ਜਿਹੜੀ ਫਾਈਲ ਖੁੱਲ੍ਹੇਗੀ ਉਹਦੇ ਵਿੱਚ ਕੀ ਡਿਲੇ ਦਾ ਪਾਰਟ ਆਏਗਾ ਕਿ ਅਜੇ ਉੱਥੇ ਆਵਾਂਗੇ ਜਿੱਥੇ ਪਹਿਲੇ ਖੜੇ ਸੀਗੇ। ਕੈਪਟਨ ਅਮਰਿੰਦਰ ਸਿੰਘ ਤੁਸੀਂ ਪੁੱਛਗਿੱਛ ਤੇ ਹੋਣੀ ਚਾਹੀਦੀ ਹੈ ਤੇ ਸਰਦਾਰ ਸਾਹਿਬ ਤੁਸੀਂ ਸਾਡੇ 4,000 ਦੀ ਕਸਮ ਖਾ ਕੇ ਤੇ ਤੁਸੀਂ ਇਹ ਕੀ ਕੀਤਾ? ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਬਾਰੇ ਬਹੁਤ ਕੁਝ ਕਿਤਾਬਾਂ ਨੇ, ਉਹ ਲੋਕਾਂ ਦੀਆਂ ਕਿਤਾਬਾਂ ਲਿਖਦੇ ਨੇ। ਜਦੋਂ ਉਹਨਾਂ ਦੀ ਲਿਖੀ ਨਾ ਤੇ ਇਹਨਾਂ ਮੇਰੇ ਖਿਆਲ ਕਿ ਇਹਨਾਂ ਕੋਲ ਆਪਣੀ ਕਿਤਾਬ ਆਪਣੇ ਕੋਲ ਨਹੀਂ ਪੜ੍ਹੀ ਜਾਂਦੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰੇਖਾ, ਮੈਂ ਪਿੰਡ ਖੈਰਾ ਸੁਲਤਾਨ ਤੋਂ ਹਾਂ। ਮੇਰੇ ਮੰਮੀ ਪਾਪਾ ਮਜ਼ਦੂਰੀ ਕਰਦੇ ਹਨ। 15-20 ਸਾਲ ਤੋਂ ਮੈਂ ਇਸ ਘਰ 'ਚ ਰਹਿਣ ਰਹੀ ਹਾਂ, ਪਰ ਲਾਲ ਕੀਰ ਦੇ ਅੰਦਰ ਆਉਣ ਕਰਕੇ ਇਹ ਘਰ ਮੇਰਾ ਨਹੀਂ ਸੀ। ਪਹਿਲੇ ਅਸੀਂ ਕਿਤੋਂ ਵੀ ਆਪ ਪੁਰਾਣੇ ਸਾਡੇ ਕਮਰੇ ਆ ਲੈਣ ਵਾਸਤੇ ਜਾਂਦੇ ਸੀ ਲੋਨ, ਤੇ ਸਾਨੂੰ ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਸੀ। ਇਹ ਕਹਿੰਦੇ ਸੀ ਕਿ ਤੁਹਾਡਾ ਲਾਲ ਕੀਰ ਦੇ ਅੰਦਰ ਆ, ਤੁਸੀਂ ਲੋਨ ਨਹੀਂ ਲੈ ਸਕਦੇ। ਸਾਡਾ ਘਰ ਸਾਡੇ ਨਾਂ ਤੇ ਨਹੀਂ ਸੀ, ਇਸ ਕਰਕੇ ਸਾਡਾ ਲੋਨ ਪਾਸ ਨਹੀਂ ਹੁੰਦਾ ਪਿਆ। ਮੈਂ ਆਪਣੇ ਕਮਰੇ ਪਾਏ ਥੋੜੇ ਜਿਹੇ ਤੇ ਉਹ ਮੈਂ ਬੈਂਕ ਵਾਲਿਆਂ ਕੋਲ ਗਿਆ ਲੋਨ ਲੈਣ ਤੇ ਉਹਨਾਂ ਨੇ ਮੈਨੂੰ ਲੋਨ ਨਹੀਂ ਦਿੱਤਾ ਵੀ ਤੁਹਾਡਾ ਲਾਲ ਕੀਰ ਦੇ ਅੰਦਰ ਹੈ। ਤੇ ਸ਼ਹਿਰਾਂ ਦੇ ਲੋਕਾਂ ਦੇ ਵੀ ਜਿਹੜੇ ਘਰ ਦੇ ਵਿੱਚ ਉਹ ਰਹਿ ਰਹੇ ਹੈ, ਲਾਲ ਲਾਈਨ ਕਰਕੇ ਉਹਨਾਂ ਦੇ ਘਰ ਨਾਮ ਨਹੀਂ ਹੈ ਜਾਂ ਰਜਿਸਟਰੀਆਂ ਫਿਰ ਉੱਥੇ ਦਾਖਲ ਹੁੰਦੀਆਂ। ਰੈਵਨਿਊ ਡਿਪਾਰਟਮੈਂਟ ਨੂੰ ਕੰਮ ਦਿੱਤਾ ਹੈ, ਰੈਵਨਿਊ ਡਰੋਨ ਦੇ ਨਾਲ ਪੂਰਾ ਸਿਸਟਮ ਤਿਆਰ ਕਰਕੇ ਉਹਨਾਂ ਦੇ ਘਰ ਉਹਨਾਂ ਦੇ ਨਾਮ ਹੋਣਗੇ। ਇਹਦਾ ਸਕੀਮ ਦਾ ਨਾਮ ਅਸੀਂ ਰੱਖਿਆ ਮੇਰਾ ਘਰ ਮੇਰੇ ਨਾਮ। ਜਿਨ੍ਹਾਂ ਦੇ ਘਰ ਹੈ ਉਹਨਾਂ ਦੇ ਪਿੰਡਾਂ ਅਤੇ ਸ਼ਹਿਰਾਂ ਦੇ, ਪਹਿਲਾਂ ਪਿੰਡਾਂ ਤੱਕ ਹੀ ਸੀਮਤ ਸੀ, ਸ਼ਹਿਰਾਂ ਤੱਕ ਵੀ ਅਸੀਂ ਕਰ ਰਹੇ ਹਾਂ। ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ, ਮੇਰਾ ਘਰ ਮੇਰੇ ਨਾਮ। ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਮਾਲਕਾਨਾ ਹੱਕ ਦਿੱਤਾ ਹੈ। ਤੇ ਹੁਣ ਅਸੀਂ ਧੰਨਵਾਦੀ ਹਾਂ ਪੰਜਾਬ ਸਰਕਾਰ ਦੇ ਕਿ ਉਹਨਾਂ ਨੇ ਮਾਲਕਾਨਾ ਹੱਕ ਦਿੱਤਾ। ਅਸੀਂ ਕੋਈ ਆਪਣੇ ਰੁਜ਼ਗਾਰ ਵਾਸਤੇ ਵੀ ਲੋਨ ਲੈ ਸਕਦੇ ਹਾਂ ਕਿਸੇ ਵੀ ਬੈਂਕ ਤੋਂ ਜਾ ਕੇ। ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਕੀਤਾ। ਹੁਣ ਸਾਡਾ ਜਿਹੜਾ ਮਕਾਨ ਹੀ ਉਹ ਲਾਲ ਕੀਰ ਦੇ ਅੰਦਰ ਹੀ। ਸੀਐਮ ਚੰਨੀ ਸਾਹਿਬ ਦਾ ਵੀ ਬਹੁਤ ਤਹਿ ਦਿਲੋਂ ਅਸੀਂ ਧੰਨਵਾਦ ਸ਼ੁਕਰਾਨਾ ਕਰਦੇ ਹਾਂ। ਸਾਰੀ ਉਮਰ ਦਾ ਆਰਾਮ, ਮੇਰਾ ਘਰ ਮੇਰੇ ਨਾਮ। ਜਿਹੜੀ ਪਿੰਡ ਜਾਈ ਲੋਕ ਇਹ ਸਭ ਤੋਂ ਜ਼ਿਆਦਾ ਕੰਪਲੇਂਟ ਇਹ ਆਉਂਦੀ ਹੈ ਜੇ ਅਸੀਂ ਬੰਦੇ ਫੜਵਾਉਂਦੇ ਵੀ ਹੈਗੇ ਆ ਤਾਂ ਉਹਨਾਂ ਨੂੰ ਐਮਐਲਏ ਜਾਂ ਕੋਈ ਜਿਹੜਾ ਬੰਦਾ ਪਾਵਰਫੁਲ ਹੈ ਉਹ ਐਸਐਚਓ ਨੂੰ ਫੋਨ ਕਰਕੇ ਛੁਡਵਾ ਦਿੰਦਾ ਹੈ। ਹੁਣ ਜਿਸ ਵੇਲੇ ਮੈਂ ਜੁਆਇਨ ਕੀਤਾ ਤੁਸੀਂ ਵੇਖਿਆ ਕਿ ਕੋਰਟ 'ਚ ਡੇ ਬਾਈ ਡੇ ਕੇਸ ਲੱਗ ਰਹੇ ਨੇ। ਰਾਘਵ ਚੱਡਾ ਦਾ ਵੀ ਪੜ੍ਹਿਆ ਹੋਣਾ ਕੱਲ੍ਹ ਦੀ ਸਟੇਟਮੈਂਟ। ਉਹ ਕਹਿੰਦਾ ਜੀ ਕਿ ਇਹਦੇ ਦੇ ਇਹੋ ਜਿਹਾ ਕਮਜ਼ੋਰ ਜਿਹਾ ਕੇਸ ਬਣਾਉਣਗੇ ਉਹ ਛੁੱਟ ਜਾਏਗਾ। ਮੈਂ ਇੱਕ ਗੱਲ ਰਾਘਵ ਚੱਡਾ ਨੂੰ ਕਹਿਣਾ ਚਾਹੁੰਦਾ ਕਿ ਇਹ ਕੇਜਰੀਵਾਲ ਨੇ ਕਿ ਜਾ ਕੇ ਵਿਕਰਮ ਜੀਠੀ ਦੇ ਪੈਰਾਂ 'ਚ ਗਿਰ ਕੇ ਮਾਫੀ ਮੰਗ ਲੇਗਾ। ਤੇ ਮੈਂ ਬੜੀ ਕਲੀਅਰ ਕੱਟ ਗੱਲ ਕਰ ਦੇਣੀ ਚਾਹੁੰਦਾ ਕਿ ਕੋਰਟ ਦੇ ਆਰਡਰਾਂ ਦੇ ਮੁਤਾਬਕ, ਕੋਰਟ ਦੀ ਗਾਈਡੈਂਸ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਕਿਸ ਲੈਵਲ ਦਾ ਚਾਹੇ ਉਹਦੇ 'ਚ ਸੁਖਜਿੰਦਰ ਸਿੰਘ ਰੰਧਾਵਾ ਵੀ ਹੋਏਗਾ ਉਹ ਬੰਦੇ ਨਹੀਂ ਬਖਸ਼ੇ ਜਾਣਗੇ। ਜਿਹੜਾ ਆਫਿਸ ਕੋਆਪਰੇਟ ਨਹੀਂ ਕਰ ਰਿਹਾ ਮਤਲਬ ਇਹ ਵੇਟ ਕਰ ਰਹੇ ਕਿ ਸਰਕਾਰ ਜਾਣ ਵਾਲੀ ਅੱਗੇ ਸਰਕਾਰ ਆਉਣਾ ਤਾਂ ਫਿਰ ਦੇਖੋ ਇਹਨਾਂ ਨੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦਾ ਪਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਆਫਿਸਰਾਂ ਤੇ ਮੈਂ ਕਹਿੰਦਾ ਇਕੱਲੇ ਹਰਪ੍ਰੀਤ ਸਿੱਧੂ ਨੂੰ ਫਰੀ ਹੈਂਡ ਦੇ ਦਿੱਤਾ ਜਾਂਦਾ ਤੇ ਪੰਜਾਬ 'ਚ ਨਸ਼ਾ ਖਤਮ ਹੋ ਜਾਣਾ ਸੀ। ਕਿ ਇਹ ਨੈਕਸਸ ਤੋੜਨਾ ਹੋਮ ਮਿਨਿਸਟਰ ਦਾ ਕੰਮ ਹੈ ਤੇ ਇਹ ਹੋਮ ਮਿਨਿਸਟਰ ਨੂੰ ਸਟਰੋਂਗ ਸਟੈਪਸ ਤੇ ਬੜੇ ਕੌੜੇ ਕੜਵੇ ਸਟੈਪ ਜਿਹੜੇ ਚੱਕਣੇ ਪੈਣਗੇ। ਪਰ ਮੈਂ 3 ਮਹੀਨੇ 2.5 ਮਹੀਨੇ ਦੇ ਵਿੱਚ ਕਿਹਨੂੰ ਜਾ ਕੇ ਜੂੰਡਿਆਂ ਤੋਂ ਫੜ ਕੇ ਕੁਝ ਕਰ ਦੇਵਾਂ। 에어ਫੋਰਸ ਬੇਸ 'ਤੇ ਹਮਲਾ ਹੋਇਆ ਸੀ। ਉਹ ਜਿਸ ਰਾਹ ਤੋਂ ਆਏ ਸੀ ਉਦੋਂ ਸਾਰੀਆਂ ਅਸੀਂ ਲੋਕ ਚਿੱਲਾ ਰਹੇ ਸੀ, ਮਤਲਬ ਲਿਖ ਰਹੇ ਸੀ, ਉਹਦੇ ਬਾਰੇ ਗੱਲ ਕਰ ਰਹੇ ਸੀ ਕਿ ਜਿਹੜੇ ਰਸਤੇ ਤੋਂ ਆਏ ਨੇ ਇਹ ਨਸ਼ਾ ਤਸਕਰਾਂ ਦਾ ਰਸਤਾ ਹੈ। ਤੁਸੀਂ ਆਪਣੇ ਦੇਸ਼ ਦੀ ਸਿਕਿਉਰਿਟੀ ਨੂੰ ਕਮਜ਼ੋਰ ਕਰਤਾ ਹੈ। ਜਿਹੜੇ ਬਾਰਡਰ 'ਤੇ ਅਸੀਂ ਇੰਨੇ ਕਮਜ਼ੋਰ ਹੈਗੇ ਹਾਂ। ਅੱਜ ਉਹ BSF ਅਦਾਰਾ ਦੀ ਕਰਦਾ ਹੈ। ਇਹ ਹਾਲਾਤ ਵਿੱਚ ਕੀ ਅਸੀਂ ਇਹੋ ਜਿਹਾ ਕੋਈ ਸੋਲੂਸ਼ਨ ਦੇਖ ਸਕਦੇ ਹਾਂ ਕਿ ਅਸੀਂ ਨਸ਼ੇ ਦਾ ਟ੍ਰੇਡ ਕਾਬੂ ਕਰ ਸਕੀਏ? ਕਿਉਂਕਿ ਗੱਲ ਉੱਥੇ ਆਉਂਦੀ ਹੈ ਕਿ ਇਹ ਪੋਲੀਟੀਕਲ ਵੈਂਡੇਟਾ ਨਹੀਂ ਹੈ, ਇਹ ਉਹ ਪਰਿਵਾਰਾਂ ਦੀ ਗੱਲ ਹੈ ਜੋ ਤਬਾਹ ਹੋ ਰਹੇ ਨੇ। ਇਹਦੇ 'ਤੇ ਕਿਤੇ ਵੀ ਅਮਿਤ ਸ਼ਾਹ ਜੀ ਕਦੀ ਨਹੀਂ ਭੱਜ ਸਕਦੇ। ਇਹ ਨਹੀਂ ਕਹਿ ਸਕਦੇ ਅਮਿਤ ਸ਼ਾਹ ਹੋਣੀ ਕਿ ਨਹੀਂ ਇਹ ਪੰਜਾਬ ਵਿੱਚ ਪੰਜਾਬ 'ਚ ਨਸ਼ਾ, ਪੰਜਾਬ 'ਚ ਵੈਪਨਸ, ਡਰੋਨ ਜਾਂ ਜਿਹੜੇ ਟਿਫਨ ਬੰਬ ਇਹ ਅਕ੍ਰੋਸ ਦ ਬਾਰਡਰ ਆ ਰਹੇ। ਮੈਂ ਹੋਮ ਮਿਨਿਸਟਰ ਸਾਹਿਬ ਕੋਲ ਕਈ ਦਿਨ ਹੋ ਗਏ, ਜਿਸ ਦਿਨ ਦਾ ਮੈਂ ਹੋਮ ਮਿਨਿਸਟਰ ਬਣਿਆ
ਉਦੋਂ ਦੀ ਮੈਨੂੰ ਰਿਕੁਐਸਟ ਕਰ ਲਿਆ ਕਿ ਸਰ ਮੈਨੂੰ ਮਿਲ ਕੇ ਲਓ, ਬੇਸ਼ੱਕ ਮੈਂ ਕਾਂਗਰਸੀ ਹਾਂ, ਨਾ ਸੁਣੋ ਮੇਰੇ ਪੰਜਾਬ ਦੀ ਪੀੜਾ ਤੇ ਮੇਰੇ ਕੋਲ ਸੁਣ ਲਓ। ਬੀਜੇਪੀ ਉਹ ਕੰਮ ਨਹੀਂ ਕਰਦੀ ਜਿੱਥੇ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਠੀਕ ਕਰਨ ਵਾਲੇ ਪਾਸੇ ਜਾਣਾ। ਬੀਜੇਪੀ ਉਹ ਕੰਮ ਕਰਦੀ ਹੈ ਕਿ ਅਸੀਂ ਪਬਲਿਸਾਈਜ਼ ਕਿਵੇਂ ਕਰਨਾ, ਪਬਲਿਕ ਦੇ ਵਿੱਚ ਕਿਵੇਂ ਜਾਣਾ ਤੇ ਬਾਅਦ 'ਚ ਪੈਰੀ ਕਿਵੇਂ ਪਾਉਣਾ, ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਹੀ ਹੈ। ਜਦ ਹਾਈ ਕੋਰਟ ਨੇ ਕਿਹਾ ਕਿ ਨਸ਼ੇ ਦੇ ਮਾਮਲੇ ਤੇ ਸਰਕਾਰ ਨਿਰੀ ਆਲਸੀ ਨਹੀਂ ਪਰ ਗਹਿਰੀ ਨੀਂਦ ਵਿੱਚ ਗੜੂਨ ਸੀ, ਇਹ ਲਫ਼ਜ਼ ਰੂਹ ਨੂੰ ਚੁੱਭ ਗਏ ਕਿ ਅਸੀਂ ਇਸ ਤਰ੍ਹਾਂ ਦੀਆਂ ਸਰਕਾਰਾਂ ਚੁਣੀਆਂ ਨੇ ਜਿਨ੍ਹਾਂ ਨੇ ਨਸ਼ੇ ਦੇ ਮਾਮਲੇ ਜਾਂਚ ਨੂੰ ਰੋਕਿਆ। ਇਹ ਮਾਮਲਾ ਸਿਰਫ ਪੰਜਾਬ ਦੀ ਇਸ ਗੱਲ ਤੇ ਨਹੀਂ ਆਂਦਾ ਕਿ ਪੰਥਕ ਪਾਰਟੀ ਦਾ ਆਗੂ ਇਸ ਵਿੱਚ ਸ਼ਾਮਿਲ ਹੈ ਕਿ ਨਹੀਂ ਹੈ। ਉਸ ਮਾਂ ਤੋਂ ਜਾ ਕੇ ਪੁੱਛੋ ਜਿਹਨੇ ਆਪਣੇ ਬੱਚੇ ਗਵਾਏ ਨੇ, ਜਿਹਨੇ ਆਪਣੇ ਬੱਚਿਆਂ ਤੋਂ ਮਾਰ ਖਾਧੀ ਕਿਉਂਕਿ ਉਹ ਨਸ਼ੇ ਲਈ ਬਰਤਨ ਵੀ ਵੇਚਦਾ ਸੀਗਾ। ਸੋ ਇਸ ਦਾ ਜੋ ਭਾਰ ਹੈ ਉਹ ਬਹੁਤ ਡੂੰਘਾ ਹੈ ਤੇ ਇਸ ਬਾਰੇ ਅਸੀਂ ਗੱਲ ਕਰਨ ਲਈ ਅੱਜ ਗ੍ਰਹਿ ਮੰਤਰੀ ਸਰਦਾਰ ਸਿੰਘ ਰੰਧਾਵਾ ਨਾਲ ਬੈਠੇ ਹਾਂ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਵਾਕਿਆ ਜਿਹੜੀ ਤੁਸੀਂ ਕਿਹਾ ਕਿ ਉਸ ਮਾਂ ਕੋਲ ਪੁੱਛ ਕਿ ਜਿਹਦਾ ਬੱਚੇ ਗਵਾਏ ਨੇ, ਤੇ ਮੈਂ ਕਹੂੰਗਾ ਕਿ ਉਹਨਾਂ ਬੱਚਿਆਂ ਕੋਲੋਂ ਵੀ ਪੁੱਛਿਆ ਜਾਏ ਜਿਨ੍ਹਾਂ ਨੇ ਆਪਣੇ ਬਾਪ ਗਵਾਏ ਨੇ। ਮੇਰਾ ਆਪਣਾ ਇੱਕ ਰਿਲੇਟਿਵ ਹੈ ਔਰ ਉਹਦੀ ਮਾਂ, ਉਹਦਾ ਫਾਦਰ, ਉਹਦੇ 2 ਬੱਚੇ, ਉਹਦੀ ਵਾਈਫ, ਛੋਟੀ ਉਮਰ ਦੀ ਬੱਚੇ। ਚਲੋ ਉਹ ਬੇਟੀ ਨੂੰ 8-9 ਸਾਲ ਹੋ ਗਏ ਉਹਦੀ ਡੈਥ ਹੋਈ ਨੂੰ। ਤੇ ਜਦੋਂ ਉਹਨਾਂ ਬੱਚਿਆਂ ਵੱਲ ਜਾਂ ਉਹਦੀ ਮਾਂ ਵੱਲ ਜਾਂ ਉਹਦੀ ਵਾਈਫ ਵੱਲ ਦੇਖੀਦਾ ਤੇ ਵਾਕਿਆ ਸ਼ਰਮ ਨਾਲ ਸਿਰ ਝੁਕ ਜਾਂਦਾ ਕਿ ਕਿੱਦਾਂ ਦਾ ਸਮਾਜ ਬਣ ਗਿਆ। ਸਾਨੂੰ ਵੀ ਲੋਕ ਕਹਿਣ ਲੱਗ ਪਏ ਕਿ ਰੋਜ਼ ਇਹਦੇ 'ਤੇ ਲੈਕਚਰ ਦਿੰਦੇ ਨੇ ਤੇ ਸ਼ਰਮ ਵੀ ਆਉਂਦੀ ਹੈ ਕਿ ਹਰ ਰੋਜ਼ ਇਹਦੇ 'ਤੇ ਅਸੀਂ ਲੈਕਚਰ ਕਰੀ ਜਾਂਦੇ ਹਾਂ। ਅਸੀਂ ਇੱਕ ਦੂਜੇ ਨੂੰ ਬਲੇਮ ਗੇਮ 'ਚ ਲੱਗ ਗਏ ਹਾਂ ਕਿ ਉਹਨੇ ਨਹੀਂ ਕੀਤਾ, ਉਹਨੇ ਨਹੀਂ ਕੀਤਾ। ਪਰ ਜਿਹੜੀ ਚੀਜ਼ ਹਾਈ ਕੋਰਟ ਨੇ ਕਹੀ ਆ, ਮੈਂ ਬਿਲਕੁਲ ਹਾਈ ਕੋਰਟ ਨੂੰ ਉਹਦਾ ਥੈਂਕਫੁਲ ਹਾਂ ਕਿ ਬੇਸ਼ੱਕ ਸੀਲਡ ਕਵਰ ਪਏ ਨੇ ਤੇ ਉਹਨਾਂ ਆਖਿਆ ਕਿ ਸਰਕਾਰ ਸੁੱਤੀ ਸੀ 4.5 ਸਾਲ, 4 ਹਫ਼ਤੇ ਦਾ ਟਾਈਮ ਦੇ ਕੇ ਤੇ ਤੁਸੀਂ 4.5 ਸਾਲ ਇਹਨੂੰ ਕੱਢ ਦਿਓ। ਨਿਮਰਤ, ਤੁਹਾਨੂੰ ਪਤਾ ਕਿ ਟਾਈਮ ਟੂ ਟਾਈਮ ਤੁਹਾਡੇ ਨਿਊਜ਼ ਚੈਨਲ ਦੇ ਉੱਤੇ ਵੀ ਮੇਰੀਆਂ ਇੰਟਰਵਿਊਜ਼ ਆਉਂਦੀਆਂ ਰਹੀਆਂ ਔਰ ਮੈਨੂੰ ਤੁਹਾਡੇ ਨਿਊਜ਼ ਚੈਨਲ 'ਤੇ ਵੀ ਦੂਜੇ ਪਾਸੇ ਗਵਰਨਮੈਂਟ ਸਾਈਡ ਤੋਂ ਮੇਰੇ 'ਤੇ ਅਟੈਕ ਵੀ ਹੁੰਦੇ ਰਹੇ ਕਿ ਇਹ ਗਵਰਨਮੈਂਟ ਦੇ ਵਿੱਚ ਰਹਿ ਕੇ ਗਵਰਨਮੈਂਟ ਦੇ ਅਗੇਂਸਟ ਬੋਲ ਜਾਂਦਾ। ਮੈਂ ਅਗੇਂਸਟ ਨਹੀਂ ਸੀ ਬੋਲਿਆ, ਮੈਂ ਸਿਸਟਮ ਕਹਿੰਦਾ ਸੀ ਕਿ ਜੋ ਅਸੀਂ ਲੋਕਾਂ ਨਾਲ ਵਾਅਦਾ ਕਰਕੇ ਉਹਦੇ ਕਿਤੇ ਉੱਤਰ ਆਈਏ। ਮੁੱਦੇ ਦੀ ਗੱਲ ਹੈ ਕਿਉਂਕਿ ਪੰਜਾਬ ਜਿਸ ਕਿਰਦਾਰ ਤੋਂ ਹੈ, ਅਸੀਂ ਤਾਂ ਲੋਕਾਂ ਨੂੰ ਬਚਾਉਣ ਵਾਲੇ ਹਾਂ। ਉੜਤਾ ਪੰਜਾਬ ਵਰਗੀ ਇੱਕ ਫਿਲਮ ਪੰਜਾਬ ਤੇ ਬਣਾਈ ਗਈ ਔਰ ਜਿਹੜੇ ਅਸੀਂ ਅੱਜ ਆਪ ਮੰਨਦੇ ਹਾਂ ਕਿ ਉਹ ਹਕੀਕਤ ਹੈ। ਉੜਤਾ ਪੰਜਾਬ ਬਣਾਈ, ਬਿਲਕੁਲ ਹਕੀਕਤ ਵੀ ਕਹਿ ਸਕਦੇ ਹਾਂ। ਪਰ ਮੈਂ 4/8/2000 ਨੂੰ ਕੈਪਟਨ ਸਾਹਿਬ ਨੂੰ ਇੱਕ ਲੈਟਰ ਲਿਖੀ। ਮੈਨੂੰ ਇਹ ਕਹਿ ਕੇ ਪਬਲਿਕ ਡੋਮੇਨ 'ਚ ਆਉਣਾ ਪੈ ਰਿਹਾ ਕਿ ਤੁਸੀਂ ਸਾਰੇ ਜਦੋਂ ਕਰਨ ਲੱਗ ਪੈਂਦੇ ਹੋ ਕਿ ਸਰਕਾਰ ਕੁਛ ਨਹੀਂ ਕਰਦੀ। ਮੈਂ ਇਹਨਾਂ ਨੂੰ ਲਿਖਿਆ 4/8/2000 ਨੂੰ ਕਿ ਇਹਦੇ ਉੱਤੇ ਕੁਛ ਕਰੀਏ। ਮੇਰੀ ਬਦਕਿਸਮਤੀ ਦੇਖੋ ਕਿ ਮਿਨਿਸਟਰ, ਚੀਫ ਮਿਨਿਸਟਰ ਨੂੰ ਲੈਟਰ ਲਿਖ ਰਿਹਾ ਤੇ ਉਹਨੂੰ ਸੀਨ ਕੌਣ ਕਰ ਰਿਹਾ? ਉਹਦਾ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ। ਇਹਦਾ ਮਤਲਬ ਕਿ ਚੀਫ ਮਿਨਿਸਟਰ ਸੀਰੀਅਸ ਹੀ ਨਹੀਂ। ਉਹਦਾ ਮਿਨਿਸਟਰ ਲਿਖ ਰਿਹਾ ਕਿ ਸਾਨੂੰ ਡਰੱਗਸ ਦੇ ਉੱਤੇ ਕੋਈ ਗੱਲ ਕਰਨੀ ਚਾਹੀਦੀ ਹੈ ਤੇ ਉਹਦਾ ਚੀਫ ਸੈਕਟਰੀ, ਉਹਦਾ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ CM ਹੈਜ਼ ਸੀਨ। ਇੰਨੇ ਕੁ ਨਾਲ ਹੀ ਸਾਡਾ ਕੰਮ ਸਰ ਜੇਗਾ। CM ਹੈਜ਼ ਸੀਨ। ਤੁਸੀਂ ਬੜੇ ਸਾਫ਼ ਤਰੀਕੇ ਨਾਲ ਲਿਖਿਆ ਕਿ ਹਰਪ੍ਰੀਤ ਸਿੱਧੂ ਤੇ ਉਪਾਧਿਆ ਜੀ ਨੂੰ ਬੋਲਿਆ ਜਾਵੇ ਕਿ ਇਹ ਰਿਪੋਰਟ ਗਵਰਨਮੈਂਟ ਨੂੰ ਦਿੱਤੀ ਜਾਵੇ। ਬਿਲਕੁਲ। ਵੇਖੋ, ਮੈਂ ਲਿਖਿਆ ਕਿ facts that there was no stay by the court on either of these reports. The Congress party would not only lose its basic cadre but also the ability to win the elections in the coming decade. ये मैं लिखा कि मैं ये लिखा कि therefore both these officers, Shri Siddharth Chattopadhyay, DGP, and Shri Harpreet Singh Sidhu, ADGP, who are working with the Punjab government, should be called and asked to submit these reports to the government and immediate action must be taken on these reports. ਮੈਂ ਇਹ ਕਲੀਅਰ ਕੱਟ ਲਿਖਿਆ, ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹਨਾਂ ਦੇ ਸਾਡੇ ਮਾਨਯੋਗ ਚੀਫ ਮਿਨਿਸਟਰ ਸਾਹਿਬ, ਉਸ ਟਾਈਮ ਦੇ ਚੀਫ ਮਿਨਿਸਟਰ ਸਾਹਿਬ, ਉਹਨਾਂ ਨੇ
ਇਹਨੂੰ ਵੇਖਣ ਦੀ ਜਾਂ ਇਹਦੇ ਤੇ ਕੋਈ ਆਪਣੇ ਵੱਲੋਂ ਨੋਟਿੰਗ ਦੀ ਜਾਂ ਸੀਰੀਅਸ ਸੋ ਨਾ ਇਹਦੇ ਵਿੱਚ ਦਿਖਾਉਣ ਦੀ ਕੋਈ ਕੋਸ਼ਿਸ਼ ਡਾਊਟ ਨਹੀਂ ਨਹੀਂ ਕੀਤੀ। ਹੈ ਤੇ ਤੁਸੀਂ ਵੀ ਇੱਥੇ ਲਿਖਿਆ ਹੈ ਕਿ ਵੀ ਉਹ ਰਿਪੋਰਟ ਜਨਤਕ ਹੋ ਸਕਦੀ ਸੀਗੀ, ਜੋ ਕਿਹਾ ਜਾਂਦਾ ਹੈ ਕਿ ਏਜੀ ਨੇ ਆ ਕੇ ਸੀਐਮ ਨੂੰ ਪਕੜਾਤੀ ਸੀ ਰਿਪੋਰਟ। ਉਸ ਤੋਂ ਬਾਅਦ ਉਹ ਰਿਪੋਰਟ ਕਿੱਥੇ ਗਈ? ਮੈਂ ਉਹਦੇ 'ਚ ਤੁਹਾਨੂੰ ਦੱਸ ਦਿੰਦਾ, ਉਹਦੇ ਬਾਅਦ ਇਹ ਸਟਾਰਟ ਹੋ ਗਿਆ ਕਿ ਐਕਸ਼ਨ 4/8 ਦੀ ਆ, ਫਿਰ 26/8 ਨੂੰ ਇਹਦੇ ਤੇ ਮੈਂ ਇੱਕ 1 by 1 ਹੀ ਤੁਹਾਨੂੰ ਸੁਣਾ ਦਿੰਦਾ ਕਿ ਕਿੱਥੋਂ ਕਿੱਥੇ ਚੱਲੀ। ਫਿਰ ਉਹਦੇ ਬਾਅਦ ਮੇਰੇ ਤੋਂ ਬਾਅਦ ਇਹ ਚਲੀ ਗਈ ਆ ਗਈ ਫਾਈਲ ਪਰਟੇਨਿੰਗ ਟੂ ਦ ਕਮੇਟੀ ਆਫ ਇੰਡੀਅਨ ਸਟੇਟਸ ਸਪੋਰਟ, ਜਿਹੜੀ 4 ਬੰਦਿਆਂ ਵੱਲੋਂ ਕੀਤੀ ਗਈ। ਉਹਦੇ 'ਚ ਇਹਨਾਂ ਨੇ ਲਿਖ ਕੇ ਦੇ ਦਿੱਤਾ ਕਿ ਪੁਲਿਸ ਸਟੇਸ਼ਨ ਸੈਕਟਰ ਚੰਡੀਗੜ੍ਹ ਲਿਖਿਆ ਗਿਆ ਸੀ SHO। ਉਹਦੇ ਬਾਅਦ ਮੈਂ ਬੜੀ ਹੈਰਾਨਗੀ ਦੀ ਗੱਲ ਆ ਕਿ ਉਸ ਟਾਈਮ ਦੇ ਆਪਣੇ ਐਡੀਸ਼ਨਲ ਚੀਫ ਸੈਕਟਰੀ ਮਿਸਟਰ ਅਨੁਰਾਗ ਅਗਰਵਾਲ ਉਹ ਲੈਟਰ ਲਿਖ ਰਹੇ ਨੇ ਕਿ ਜਿਹੜੀ ਆ ਰਿਪੋਰਟ ਹੀ ਗੁੰਮ, ਜਿਹੜੀ ਸਟੇਟਸ ਜਿਹੜੀ ਉਹਨਾਂ ਨੇ ਕਰਨੀ ਸੀਗੀ ਆਪਣਾ NS ਕਲਸੀ ਨਹੀਂ, ਜਨਤਕ ਨਹੀਂ ਕਰਨੀ, ਜਿਹੜੀ 88 ਜਿਹਨੂੰ ਐਕਸ਼ਨ ਟੇਕਿੰਗ ਰਿਪੋਰਟ ਜਿਹੜੀ ਸੀ ਉਹ ਉਹਨਾਂ ਨੇ ਦੇਣੀ ਸੀਗੀ। ਉਹਦੇ 'ਚ ਉਹਨਾਂ ਨੇ ਉਹ ਮੈਂ ਹੁਣ ਦੇਖ ਰਿਹਾ ਫਾਈਲ ਪਰਟੇਨਿੰਗ ਟੂ ਦਾ ਕਮੇਟੀ ਫਾਰ ਓਪੀਨੀਅਨ ਕਮ ਸਟੇਟਸ ਸਪੋਰਟ। ਹਾਈ ਕੋਰਟ ਨੇ ਜਿਹੜੀ ਸੀਲ ਕਵਰ ਵਾਲੀ ਜਿਹੜੀ ਹਰਪ੍ਰੀਤ ਸਿੱਧੂ ਵਾਲੀ ਤੇ ਦੂਸਰੀਆਂ ਰਿਪੋਰਟਸ ਸੀ ਉਹ ਭੇਜੀਆਂ, ਤੇ ਉਹ ਤਾਂ ਆਖਿਆ ਕਿ ਤੁਹਾਡੀ ਗਵਰਨਮੈਂਟ ਇਹਦੇ ਤੇ ਕੀ ਐਕਸ਼ਨ ਲਏਗੀ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਉਹਦੇ ਤੇ 2 ਬੰਦੇ ਦੀ ਕਮੇਟੀ ਬਣਾ ਦਿੱਤੀ ਕਿ ਐਡੀਸ਼ਨਲ ਚੀਫ ਸੈਕਟਰੀ ਹੋਮ ਔਰ ਮਿਸਟਰ ਸੁਰੇਸ਼ ਅਰੋੜਾ ਜਿਹੜੇ DGP ਉਸ ਟਾਈਮ ਦੇ ਨੇ, ਉਹ ਇੱਕ ਆਪਣੀ ਸਟੇਟਸ ਰਿਪੋਰਟ ਦੇਣਗੇ ਕਿ ਅਸੀਂ ਇਹਦੇ ਤੇ ਆ ਕਰ ਰਹੇ ਹਾਂ। ਉਹ ਜਿਹੜੀ ਲਿਖਣ ਦੇ ਫਾਈਲ ਪਰਟੇਨਿੰਗ ਟੂ ਦਾ ਇਹ ਮੇਰੀ ਇਹ 26/8 ਦੀ ਹੈ, ਮੈਂ 4/8 ਨੂੰ ਲੈਟਰ ਲਿਖ ਰਿਹਾ। ਉਹਦੇ ਬਾਅਦ ਇਹਨਾਂ ਦੀ ਅੱਖਾਂ ਖੁੱਲੀਆਂ ਨੇ ਤੇ ਕਿੱਥੇ ਕੇਸ ਕਿੱਥੇ ਪਏ ਨੇ ਪਤਾ ਹੀ ਨਹੀਂ ਇਹਨਾਂ ਨੂੰ ਕਿ ਕਿੱਥੇ ਫਾਈਲਸ ਕਿੱਥੇ ਪਈਆਂ ਨੇ। ਲਾਈਨ ਲਿਖੀ ਕਿ ਅਲਮਾਰੀ ਹਾਂ ਬਿਲਕੁਲ, ਤੇ ਫਾਈਲ ਨਹੀਂ ਮਿਲ ਸਕਦੀ। ਹਾਂ ਇਹਦੇ 'ਚ ਲਿਖਿਆ ਕਿ ਫਾਈਲ ਪਰਟੇਨਿੰਗ ਟੂ ਦਾ ਕਮੇਟੀ ਓਪੀਨੀਅਨ ਕਮ ਸਟੇਟਸ ਸਪੋਰਟ ਇਜ਼ ਨਾਟ ਅਵੇਲੇਬਲ ਇਨ ਦ ਆਫਿਸ ਆਫ ਐਡੀਸ਼ਨਲ ਚੀਫ ਸੈਕਟਰੀ ਹੋਮ। ਆਈ ਸਪੋਕ ਟੂ ਦਾ NS ਕਲਸੀ, ਉਹ 'ਚ ਜਿਹੜੇ ਕਹਿ ਰਹੇ ਨੇ ਅਨੁਰਾਗ ਅਗਰਵਾਲ ਕਿ ਮੈਂ NS ਕਲਸੀ ਨਾਲ ਗੱਲ ਕੀਤੀ ਆ ਔਰ ਮੈਂ ਸਤੀਸ਼ ਚੰਦਰਾ ਜਿਹੜੇ ਉਹਨਾਂ ਦੇ ਬਾਅਦ 'ਚ ਆਏ ਨੇ NS ਕਲਸੀ ਤੋਂ, ਉਹਨਾਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਮੈਂ ਕਿਹਾ ਕਿ ਜਿਹੜੀ ਫਾਈਲ ਆ ਇਹ ਤੁਹਾਨੂੰ ਕਲਸੀ ਨੇ ਕਿਹਾ ਕਿ ਮੈਂ ਸਤੀਸ਼ ਚੰਦਰਾ ਨੂੰ ਜਿਹੜੀ ਹੈਂਡਓਵਰ ਕਰਕੇ। ਸਤੀਸ਼ ਚੰਦਰਾ ਨੇ ਕਿਹਾ ਕਿ ਮੈਂ ਕਦੀ ਇਹੋ ਜਿਹੀ ਫਾਈਲ ਨਹੀਂ ਦੇਖੀ, ਮੈਨੂੰ ਇਹ ਯਾਦ ਨਹੀਂ, ਮੇਰੇ ਜਿਹੜੀ ਅਲਮਾਰੀ ਆ ਉਹਨੂੰ ਚੈੱਕ ਕਰ ਲਿਆ ਜਾਏ। ਐਡੀ ਸੀਰੀਅਸ ਰਿਪੋਰਟ ਤੇ ਕਹਿਣ ਕੇ ਚੈੱਕ ਕਰ ਲਿਆ ਜਾਏ। ਇਹਦੇ ਤੋਂ ਬਾਅਦ ਉਹਦੇ 'ਚ ਫਿਰ ਇਹੀ ਰਿਪੋਰਟ ਜਿਹੜੀ ਆ ਫਿਰ ਉਹਦੇ ਥੱਲੇ ਚੀਫ ਪ੍ਰਿੰਸੀਪਲ ਸੈਕਟਰੀ ਉਹਨੂੰ ਸੀਨ ਕਰ ਰਿਹਾ, ਚੀਫ ਮਿਨਿਸਟਰ ਨੇ ਉਹਦੇ ਤੇ ਫਿਰ ਨਹੀਂ ਕੋਈ ਗੌਰ ਫਰਮਾਇਆ। ਤੇ ਨਾਲ ਦੀ ਨਾਲ ਮੈਂ ਦੱਸ ਦੇਣਾ ਚਾਹੁੰਦਾ ਕਿ ਉਹਦੇ ਬਾਅਦ ਅਸੀਂ ਇਹਦਾ ਜਦੋਂ ਮੈਂ ਬਣਿਆ ਇਹਦੀ ਮੇਰੇ ਖਿਆਲ ਉਹਦੇ ਬਾਅਦ DDR ਉਹਦੀ ਮੈਂ ਕਟਵਾਈ। ਮੈਂ ਕਿਹਾ ਇਹ ਆਫਿਸ 'ਚੋਂ ਫਾਈਲ ਗੁੰਮ ਹੋ ਜੇ ਤੇ ਉਹਦੀ DDR ਤੇ ਹੋਣੀ ਚਾਹੀਦੀ ਹੈ। ਚਲੋ ਸਾਡੇ ਕੋਲ ਜਿਹੜੀ ਫੋਟੋਕਾਪੀਜ਼ ਹੁੰਦੀਆਂ ਨੇ ਉਹ ਤੇ ਅਸੀਂ ਕਰ ਦਿੱਤੀ ਤੇ ਇਹਦੀ ਫਿਰ ਮੈਂ DDR ਕਟਵਾ ਕੇ ਕੰਮ ਸਟਾਰਟ ਕੀਤਾ। ਆਫਿਸ ਜੁਆਇਨ ਕੀਤਾ ਹੈ, ਤੁਹਾਨੂੰ ਇਸ ਫਾਈਲ ਤੇ ਕੰਮ ਕਰਨ ਵਿੱਚ ਕੋਈ ਔਕੜਾਂ ਆ ਰਹੀ ਹੈ ਕਿ ਆਫੀਸਰਸ ਜਿਹੜੇ ਪੁਰਾਣੇ ਹੈ ਉਹਨਾਂ ਵੱਲੋਂ ਰੁਕਾਵਟਾਂ ਆ ਰਹੀਆਂ? ਕੁਝ ਇੰਨਾ ਟਾਈਮ ਹੋ ਗਿਆ, ਅੱਜ ਤਕਰੀਬਨ 75 ਦਿਨ ਹੋ ਗਏ ਤੁਹਾਨੂੰ ਆਫਿਸ ਸੰਭਾਲੇ। ਨਹੀਂ ਬਿਲਕੁਲ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਆ ਰਹੀ। ਹੁਣ ਜਿਸ ਵੇਲੇ ਮੈਂ ਜੁਆਇਨ ਕੀਤਾ ਤੁਸੀਂ ਵੇਖਿਆ ਕਿ ਕੋਰਟ 'ਚ ਡੇ ਬਾਈ ਡੇ ਕੇਸ ਲੱਗ ਰਹੇ ਨੇ ਔਰ ਉਹਨਾਂ ਨੂੰ ਕਿਹਾ ਕਿ ਜਿਹੜੀ ਇਹਦੇ 'ਚ ਸਾਨੂੰ ਰਿਪੋਰਟ ਜਿਹੜੀ ਖੋਲ ਕੇ ਜਿਹੜੀ ਕੋਰਟ ਹੈ, ਕਿਉਂਕਿ ਜਿਹੜੀ ਸੀਲਡ ਕਵਰ ਹੈ ਕੋਰਟ ਦੇ ਵਿੱਚ ਪਿਆ, ਪਰ ਉਹਦੇ 'ਚ ਸਾਨੂੰ ਇਹ ਨਹੀਂ ਕੀਤਾ ਕਿ ਸਾਨੂੰ ਬਾਹਰ ਨਹੀਂ ਕਿਤੇ ਵੀ ਕਿ ਤੁਸੀਂ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ। ਸਾਡੀ ਇਨਵੈਸਟੀਗੇਸ਼ਨ ਉਸੇ ਦਿਨ ਤੋਂ ਆਨਗੋਇੰਗ ਹੈ ਔਰ ਅਸੀਂ ਉਹਦੇ 'ਤੇ ਕਰ ਰਹੇ ਹਾਂ। ਤੁਸੀਂ ਰਾਘਵ ਚੱਡਾ ਦਾ ਵੀ ਪੜ੍ਹਿਆ ਹੋਣਾ ਕੱਲ੍ਹ ਦੀ ਸਟੇਟਮੈਂਟ, ਉਹ ਕਹਿੰਦਾ ਜੀ ਕਿ ਇਹਦੇ 'ਤੇ ਇਹੋ ਜਿਹਾ ਕਮਜ਼ੋਰ ਜਿਹਾ ਕੇਸ ਬਣਾਉਣਗੇ ਉਹ ਛੁੱਟ ਜਾਏਗਾ। ਮੈਂ ਇੱਕ ਗੱਲ ਰਾਘਵ ਚੱਡਾ ਨੂੰ ਕਹਿਣਾ ਚਾਹੁੰਦਾ ਕਿ ਇਹ ਕੇਜਰੀਵਾਲ ਨਹੀਂ ਕਿ ਜਾ ਕੇ ਬਿਕਰਮ ਮਜੀਠੀਆ ਦੇ ਪੈਰਾਂ 'ਚ ਗਿਰ ਕੇ ਮਾਫੀ ਮੰਗ ਲੇਗਾ ਕਿ ਮੈਨੂੰ ਮਾਫ ਕਰੋ, ਮੈਂ ਤੁਹਾਡੇ ਤੋਂ ਕੇਸ ਵਿਡਰਾਅ ਕਰ ਲਿਆ। ਸੁਖਜਿੰਦਰ ਸਿੰਘ ਰੰਧਾਵਾ ਜਾਂ ਚਰਨਜੀਤ ਸਿੰਘ ਚੰਨੀ ਇਹੋ ਜਿਹਾ ਕੋਈ ਕਮਜ਼ੋਰ ਕੇਸ ਨਹੀਂ ਬਣਾਉਣਗੇ। ਕੈਪਟਨ ਅਮਰਿੰਦਰ ਸਿੰਘ ਨਹੀਂ ਜਾਂ ਪਿਛਲੀ ਗਵਰਨਮੈਂਟ ਨਹੀਂ ਜਾਂ ਰਲੇ ਨਹੀਂ। ਤੇ ਮੈਂ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਚਾਹੁੰਦਾ, ਤੁਸੀਂ ਬਿਕਰਮ ਮਜੀਠੀਆ ਦੀਆਂ, ਤੁਸੀਂ ਦਲਜੀਤ ਸਿੰਘ ਚੀਮੇ ਦੀਆਂ ਸਟੇਟਮੈਂਟਸ ਪੜ੍ਹੀਆਂ ਨੇ ਕਿ ਚੀਫ ਮਿਨਿਸਟਰ ਔਰ ਹੋਮ ਮਿਨਿਸਟਰ ਦੋਨੋਂ ਕੌਂਸਪੀਰੇਸੀ ਕਰ ਰਹੇ ਨੇ ਬਿਕਰਮ ਮਜੀਠੀਆ। ਇੱਕ ਮੈਂ ਬੜੀ ਕਲੀਅਰ ਕੱਟ ਗੱਲ ਕਰ ਦੇਣੀ ਚਾਹੁੰਦਾ ਕਿ ਕੋਰਟ ਦੇ ਆਰਡਰਾਂ ਦੇ ਮੁਤਾਬਕ
ਕੋਰਟ ਦੀ ਗਾਈਡੈਂਸ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਕਿਸ ਲੈਵਲ ਦਾ, ਚਾਹੇ ਉਹਦੇ 'ਚ ਸੁਖਜਿੰਦਰ ਸਿੰਘ ਰੰਧਾਵਾ ਵੀ ਹੋਏਗਾ, ਉਹ ਬੰਦੇ ਨਹੀਂ ਬਖਸ਼ੇ ਜਾਣਗੇ, ਉਹ ਜੇਲ੍ਹਾਂ ਦੇ ਪਿੱਛੇ ਜਾਣਗੇ। ਬੇਸ਼ੱਕ ਟਾਈਮ ਸਾਡੇ ਕੋਲ ਘੱਟ ਹੈ, ਟਾਈਮ ਵੱਧ ਹੈ ਜਾਂ ਜੋ ਵੀ ਹੈਗਾ, ਉਹਦੇ 'ਚ ਅਸੀਂ ਆਪਣੀ ਜਿਹੜੀ ਆ, ਤੁਸੀਂ ਦੇਖੋ ਕਿ ਕੱਲ੍ਹ ਸਾਡੀ ਲੱਗੀ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਰਕਾਰ ਸੁੱਤੀ ਪਈ ਸੀ। ਬਿਲਕੁਲ ਸਰਕਾਰ ਸੁੱਤੀ ਪਈ ਸੀ, ਉਹਨਾਂ ਨੇ ਉੱਠਣ ਦੀ, ਕੁੰਭ ਕਰਨ ਦੀ ਨੀਂਦ 'ਤੇ ਸਰਕਾਰ ਸੁੱਤੀ ਸੀ। ਮੈਂ ਲਿਖਿਆ ਉਹਦੇ ਵਿੱਚ ਬੜਾ ਕਲੀਅਰ ਕੱਟ ਮੈਂ ਲਿਖਿਆ ਸੀ ਕਿ ਜਿਹੜਾ ਹੋਮ ਸੈਕਟਰੀ, ਜਿਹੜਾ ਵਿਜੀਲੈਂਸ ਦਾ ਨਹੀਂ ਐਡਵੋਕੇਟ ਜਨਰਲ ਆ, ਉਹ ਬਿਲਕੁਲ ਇਹਦੇ 'ਤੇ ਧਿਆਨ ਨਹੀਂ ਦੇ ਰਿਹਾ। ਔਰ ਮੇਰਾ ਫੈਕਟਸ ਜਿਹੜੇ ਸੀ ਉਹ ਮੈਂ ਲਿਖਿਆ ਦਾ ਹਾਈ ਕੋਰਟ has specifically observed that this is a serious lapse and inaction of the part of the Punjab police as well as a serious drug controller, and this clearly reveals that everything is not normal with the investigation in NDPS cases। ਜਿਹਦੇ ਵਿੱਚ ਨਿਮਰਤ ਜੀ ਕਿ ਆਪਾਂ STF ਦੀ ਇੱਕ ਕਰ ਦਿੱਤੀ, ਉਹਦੇ ਬਾਅਦ ਆਪਾਂ ਕਈ ਵਾਰਾਂ ਵਿੱਚ STF ਚੇਂਜ ਕੀਤੀ। ਅੱਜ ਤੱਕ STF ਕੋਲ ਅੱਜ ਵੀ, ਚਾਹੇ ਸਾਡੀ ਗਵਰਨਮੈਂਟ ਬਣ ਗਈ, ਅੱਜ ਵੀ ਉਹਨਾਂ ਕੋਲ ਪੂਰੀ ਜੋ ਉਹਨਾਂ ਨੂੰ ਸਟਾਫ ਚਾਹੀਦਾ, ਅੱਜ ਵੀ ਪੂਰਾ ਸਟਾਫ ਨਹੀਂ। ਕਿਉਂਕਿ ਜਿਹਨੂੰ ਉਹਨਾਂ ਦਾ ਵੈਸੇ ਦਿਲ ਟੁੱਟ ਗਿਆ ਕਿ ਅਸੀਂ ਇੰਨੀ ਸਟਾਫ ਕਿਉਂ ਨਹੀਂ ਚਾਹੁੰਦਾ STF ਨੂੰ, ਉਹ ਨਸ਼ੇ ਕਿੱਦਾਂ ਕੰਟਰੋਲ ਕਰਨਗੇ? ਅਸੀਂ ਜੇ ਪਿੰਡ ਜਾਈ, ਲੋਕ ਸਭ ਤੋਂ ਜ਼ਿਆਦਾ ਕੰਪਲੇਂਟ ਇਹ ਆਉਂਦੀ ਹੈ, ਜੇ ਅਸੀਂ ਬੰਦੇ ਫੜਵਾਉਂਦੇ ਵੀ ਹੈਗੇ ਆ ਤਾਂ ਉਹਨਾਂ ਨੂੰ MLA ਜਾਂ ਕੋਈ ਜਿਹੜਾ ਬੰਦਾ ਪਾਵਰਫੁਲ ਹੈ ਉਹ SHO ਨੂੰ ਫੋਨ ਕਰਕੇ ਛੁਡਵਾ ਦਿੰਦਾ ਹੈਗਾ। ਬਿਲਕੁਲ ਇਹ ਬੜੀ ਬਦਕਿਸਮਤੀ ਦੀ ਗੱਲ ਆ। ਔਰ ਮੇਰਾ ਨਹੀਂ ਖਿਆਲ ਕਿ ਹੁਣ ਕਦੇ ਵੀ ਇਹਦੇ 'ਚ ਕਿਸੇ ਵੀ ਆਦਮੀ ਦਾ ਕਿਸੇ ਨੂੰ ਟੈਲੀਫੋਨ ਚਲਾ ਜਾਏ। ਬੜਾ ਜੇ ਕੋਈ ਜਾਏਗਾ ਉਹਦੇ 'ਤੇ ਅਸੀਂ ਇਮੀਡੀਏਟਲੀ ਐਕਸ਼ਨ ਕਰ ਰਹੇ ਔਰ ਸਖਤੀ ਨਾਲ ਉਹਨੂੰ ਲਾਗੂ ਵੀ ਕਰ ਰਹੇ ਹਾਂ। ਬਿਕੋਜ਼ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਅੱਜ ਜਿਵੇਂ ਸਿਸਟਮ ਜੋ ਬਣ ਗਿਆ ਹੈ, ਸਿਸਟਮ ਆਪ ਇਸ ਨਸ਼ੇ ਦੇ ਵਪਾਰ ਵਿੱਚ ਸ਼ਾਮਿਲ। ਅਸੀਂ ਕਈ ਪੁਲਿਸ ਅਫਸਰਾਂ ਨੂੰ ਦੇਖਿਆ ਜੋ ਫੜੇ ਗਏ ਨੇ, ਕਈ ਇਹਦੇ ਵਿੱਚ ਸਿਆਸੀ ਲੋਕ ਵੀ ਸ਼ਾਮਿਲ ਹੋਣਗੇ। ਉਸ ਸਿਸਟਮ ਨੂੰ ਤੋੜਨ ਵਾਸਤੇ ਤੁਸੀਂ ਜੇਲ੍ਹਾਂ ਵਿੱਚ ਕੋਸ਼ਿਸ਼ ਕੀਤੀ ਹੈ ਨਸ਼ੇ ਨੂੰ ਹਟਾਉਣ ਦੇ? ਤੁਸੀਂ ਜਿੰਨੀ ਵਾਰੀ ਹਟਾਉਂਦੇ ਸੀ ਫਿਰ ਪਹੁੰਚ ਜਾਂਦੇ ਸੀਗੇ? ਬਿਲਕੁਲ, ਮੈਂ ਜੇਲ੍ਹਾਂ 'ਚ ਬੜੀ ਕੋਸ਼ਿਸ਼ ਕੀਤੀ ਔਰ ਮੈਂ ਸਕਸੈਸਫੁਲ ਵੀ ਹੋਇਆ, ਐਡੀ ਕੋਈ ਗੱਲ ਨਹੀਂ। ਪਰ ਅਸੀਂ ਲਾਗੂ ਨੇ ਜਿਹੜਾ ਸਿਸਟਮ ਵੀ ਇੱਕ ਬੜਾ ਜਿਹੜੀ ਇੱਕ ਕਰੋਨਿਕ ਡਿਜ਼ੀਜ਼ ਹੋ ਜੇ, ਜੋ ਸਿਸਟਮ ਨੂੰ ਆਪਰੇਸ਼ਨ ਕਰਦੇ ਵੀ ਟਾਈਮ ਲੱਗਦਾ। ਮੈਂ ਕੋਸ਼ਿਸ਼ ਕੀਤੀ ਹੈ ਪਰ ਮੋਬਾਈਲ ਅਜੇ ਵੀ ਜਾ ਰਹੇ ਨੇ। ਮੋਬਾਈਲ ਅਸੀਂ ਬਠਿੰਡਾ ਜੇਲ੍ਹ ਦੇ ਵਿੱਚ ਜੈਮਰ ਲਾ ਦਿੱਤੇ, ਉੱਥੇ ਟੋਟਲ ਜਿਹੜੀ ਜੈਮ ਕਰ ਦਿੱਤੇ ਨੇ। ਉਹਨਾਂ 'ਚ ਸਾਨੂੰ ਪਟਿਆਲਾ ਜੇਲ੍ਹ ਅਸੀਂ ਕਰ ਲਈ ਆ, ਉਹਦੇ 50% ਕੀਤੀ ਹੈ, 50 ਰਹਿ ਗਈ ਹੈ। ਪੈਸਾ ਵੀ ਇਨਵੋਲਵ ਹੁੰਦਾ, ਪਰ ਸਰਕਾਰਾਂ ਨੂੰ ਇਹਨਾਂ ਕੰਮ ਵੱਲ ਸਿਕਿਉਰਿਟੀ ਵਾਲੇ ਪਾਸੇ ਜ਼ਿਆਦਾ ਧਿਆਨ ਦੇਣਾ ਚਾਹੀਦਾ। ਅੱਜ ਜੇ ਅਸੀਂ ਇਹ ਗੱਲ ਕਰੀਏ ਕਿ PCR ਜਾਂ ਬਾਹਰਲੀਆਂ ਕੰਟਰੀਆਂ ਵਾਂਗੂ ਕਿ ਕ੍ਰਾਈਮ ਹੋਏ, ਐਕਸੀਡੈਂਟ ਹੋਏ, 2 ਮਿੰਟ 'ਚ ਗੱਡੀ ਪਹੁੰਚਣੀ ਚਾਹੀਦੀ ਆ। ਮੈਂ ਪਿੱਛੇ ਆਪ ਇੱਕ ਦਿਨ ਉੱਥੋਂ ਡੇਰਾ ਬਾਬਾ ਨਾਨਕ ਤੋਂ ਆ ਰਿਹਾ ਸੀ ਤੇ ਰਸਤੇ 'ਚ ਐਕਸੀਡੈਂਟ ਹੋਇਆ। ਉਹਨਾਂ ਨੇ ਕਦੇ 1-2 ਵਾਰਾਂ ਜਿੱਥੇ ਕਰਦੇ ਹੋਣਗੇ ਕਾਲ 108 'ਤੇ ਕੀਤੇ ਤੇ ਮੈਨੂੰ ਕਿ ਮੈਂ ਵੀ ਰੁਕ ਗਿਆ। ਮੇਰੀ ਕਾਲ 'ਤੇ 3 ਮਿੰਟ ਬਾਅਦ ਗੱਡੀ ਪਹੁੰਚ ਗਈ ਤੇ ਉਹਨਾਂ ਨੂੰ 15 ਮਿੰਟ ਹੋ ਗਏ ਸੀ। ਇਹਨਾਂ ਸਾਰੀਆਂ ਚੀਜ਼ਾਂ ਅੱਜ ਮੈਂ ਫਾਈਨਾਂਸ ਮਿਨਿਸਟਰ ਸਾਹਿਬ ਨੂੰ ਵੀ ਮਿਲ ਜਾ ਰਿਹਾ ਕਿ ਸਾਨੂੰ ਜਿਹੜੀਆਂ ਨੇ ਕੋਈ 150 ਗੱਡੀ ਜਿਹੜੀ ਹੈ ਪੰਜਾਬ ਦੇ ਵਿੱਚ, ਉਹ ਜਿਹੜੀ ਰੈਪਿਡ ਐਕਸ਼ਨ ਜਾਂ PCR ਇਹ ਖੜੀਆਂ ਹੋਣੀ ਚਾਹੀਦਾ ਕਿ ਕੋਈ ਕ੍ਰਾਈਮ ਹੋਏ ਇਮੀਡੀਏਟਲੀ ਉੱਥੇ ਪਹੁੰਚਿਆ ਜਾ ਸਕੇ। ਗੁੰਡਿਆਂ ਨੂੰ ਤਾਂ ਹੀ ਡਰ ਹੋਏਗਾ ਕਿ ਜੇ ਟਾਈਮਲੀ ਪੁਲਿਸ ਪਹੁੰਚ ਜਾਂਦੀ ਹੈ। ਸੋ ਇਸ ਕਰਕੇ ਕਾਫੀ ਕੁਝ ਕਰ ਰਹੇ ਹਾਂ ਔਰ ਮੈਨੂੰ ਪੂਰਾ ਵਕਤ ਅਸੀਂ ਰਿਪੋਰਟ ਵੀ ਖਿਲਾਵਾਂਗੇ। ਔਰ ਜਿਹੜੇ ਬਿਗ ਫਿਸ਼ ਜਿਹਨੂੰ ਕਹਿੰਦੇ ਬਿਗ ਫਿਸ਼ ਮੀਨਸ ਕਿ ਆਪਾਂ ਇੱਕ ਵਰਡ ਲੈ ਲਿਆ, ਪਰ ਵੱਡੀ ਮੱਛੀ ਨੂੰ ਫੜੇਗਾ ਕੌਣ? ਫੜੇਗਾ ਤੇ ਅਸੀਂ। ਤੇ ਉਹ ਜਿਹੜੀ ਬਹੁਤ ਜਲਦੀ ਐਕਸ਼ਨ ਜਿਹੜੇ ਹੋ ਰਹੇ ਨੇ ਤੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ, ਮੈਂ ਇਹਨਾਂ ਨੂੰ ਵੀ ਕਹਿੰਦਾ ਕਿ ਕੋਰਟ ਦੀ ਗਰਮੀਆਂ ਨੂੰ ਰੱਖੀਏ। ਉਹਦੇ ਕਿਹਾ ਜਾਂਦਾ ਕਿ ਵੀ ਜੇ ਤਾਂ ਫੜੇ ਵੀ ਗਏ ਉਹ ਥੋੜੀ ਦੇਰ ਬੇਲ ਲੈ ਕੇ ਨਿਕਲ ਜਾਣਗੇ, ਕੇਸ ਕਮਜ਼ੋਰ ਹੈ, ਰਿਪੋਰਟ ਵਿੱਚ ਜਾਂਚ ਇੰਨਾ ਕੇਸ ਕੋਈ ਕਮਜ਼ੋਰ ਨਹੀਂ, ਕੇਸ ਸਾਰੇ ਸਟਰੋਂਗ ਹੁੰਦੇ ਨੇ। ਵਿਲ ਸਟਰੋਂਗ ਹੋਣੀ ਚਾਹੀਦੀ ਹੈ ਕਿਉਂਕਿ ਕੇਸ ਲਿਖਣ ਵਾਲਾ ਉਹਦੀ ਵਰਡਿੰਗ ਸਟਰੋਂਗ ਹੋਣੀ ਚਾਹੀਦੀ ਹੈ। ਲੋਕਾਂ ਦੇ ਮਨਾਂ 'ਚ ਜਿਹੜੀ ਪਰਸੈਪਸ਼ਨ ਹੈ ਉਹ ਬੜੀ ਸਟਰੋਂਗ ਹੈ ਕਿ ਕਿਹੜੇ ਬੰਦੇ ਵੇਚਦੇ ਨੇ, ਕਿਵੇਂ ਕੀ ਕਰਦੇ ਨੇ। ਲੋਕਾਂ ਵਿੱਚ ਪੁਸ਼ਟੀ ਲੈ ਕੇ ਜਾਈਏ, ਉਹ ਤੇ ਕੋਰਟ ਦਾ ਕੰਮ ਹੈ। ਹੁਣ ਮੇਰੇ ਕੋਲ ਜੇਲ੍ਹਾਂ ਨੇ 24,000 ਕੈਦੀ ਹੈ, ਉਹਨੂੰ ਸੁਖਜਿੰਦਰ ਸਿੰਘ ਰੰਧਾਵਾ ਤੇ ਨਹੀਂ ਛੱਡ ਸਕਦਾ। ਉਹਨੂੰ ਕੋਰਟ ਦੇਗੀ, ਕੋਰਟ ਅੱਜ ਬੇਲ ਕਰਦੇ, ਕੋਰਟ ਕੱਲ੍ਹ ਕਰਦੇ, ਕੋਰਟ ਭਾਵੇਂ ਉਹਨੂੰ 20 ਸਾਲ ਸਜ਼ਾ ਦੇ ਜੇ। ਇਹ ਤੇ ਕੋਰਟ ਤੇ ਕੋਰਟ ਦੀ ਜੇ ਤੋਂ ਜਸਟਿਸ ਦੇਣੀ ਆ ਤੇ ਜੇ ਉਹਦੇ ਤੇ ਹੀ ਕਿੰਤੂ ਪਰੰਤੂ ਕਰੀ ਜਾਵਾਂਗੇ ਕਿ ਕੋਰਟ ਦਿਨ ਦੂਜੇ ਦਿਨ ਛੱਡ ਜੇਗੀ, ਕਿਉਂ ਕੋਰਟ ਕਿਉਂ ਛੱਡੇਗੀ? ਕੋਰਟ ਤੇ ਹਮੇਸ਼ਾ ਹੀ ਨਸ਼ਿਆਂ ਦੇ ਅਗੇਂਸਟ ਬੋਲੀ ਆ ਔਰ ਡੇ ਟੂ ਡੇ ਜਿਹੜੀ ਆ ਮੇਰੇ ਖਿਆਲ ਅੱਜ ਵੀ ਕੇਸ ਲੱਗਾ। ਅੱਜ ਜਿਹੜੇ
ਉਹਦੇ ਮੇਰੇ ਖਿਆਲ ਅਨੁਪਮ ਗੁਪਤਾ ਜਾਂ ਉਹਨਾਂ ਦੀ ਸਟੇਟਮੈਂਟ ਹੋਏਗੀ। ਤੇ ਸਾਡੀ ਤੇ ਡੇ ਟੂ ਡੇ ਚੱਲ ਪਿਆ। ਅੱਜ ਤੱਕ ਵੇਖਣ ਵਾਲੀ ਇਹ ਚੀਜ਼ ਹੈ ਕਿ 4.5 ਸਾਲ ਉਸ ਟਾਈਮ ਦਾ ਐਡਵੋਕੇਟ ਜਨਰਲ ਅਤੁਲ ਨੰਦਾ ਕਿਉਂ ਨਹੀਂ ਉਹਦੇ 'ਚ ਪੇਸ਼ ਹੁੰਦਾ ਰਿਹਾ ਤੇ ਕਿਉਂ ਮਿਊਚੁਅਲ ਕੰਸੈਂਟ ਦੇ ਨਾਲ ਡੇਟਸ ਲੈਂਦੀਆਂ ਰਹੀ ਔਰ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਉੱਥੇ ਹਾਈ ਕੋਰਟ 'ਚ ਜਾ ਕੇ ਕਿ ਇਹਨੂੰ ਅਰਲੀ ਹੀਅਰਿੰਗ 'ਚ ਪਾਓ। ਮੈਂ ਵੀ ਗਿਆ, ਮਿਨਿਸਟਰ ਬਣਦੇ ਹੀ ਗਿਆ। ਬਿਲਕੁਲ ਮੈਂ ਕੋਰਟ ਦੀ ਤੇ ਸਵਾਲ ਨਹੀਂ ਚੁੱਕਦੀ, ਪਰ ਮੈਂ ਇੱਕ ਸਿਸਟਮ ਤੇ ਸਵਾਲ ਚੁੱਕਦੀ ਹਾਂ ਕਿਉਂਕਿ ਜੇ ਤੁਸੀਂ ਯਾਦ ਕਰੋ ਅੱਜ ਤੋਂ 6-7 ਸਾਲ ਪਹਿਲਾਂ ਪਠਾਨਕੋਟ 에ਅਰਫੋਰਸ ਬੇਸ ਤੇ ਹਮਲਾ ਹੋਇਆ ਸੀ। ਉਹ ਜਿਸ ਰਾਹ ਤੋਂ ਆਏ ਸੀ ਉਦੋਂ ਸਾਰੀਆਂ ਅਸੀਂ ਲੋਕ ਚਿੱਲਾ ਰਹੇ ਸੀ, ਮਤਲਬ ਲਿਖ ਰਹੇ ਸੀ, ਉਹਦੇ ਬਾਰੇ ਗੱਲ ਕਰ ਰਹੇ ਸੀ ਕਿ ਵੀ ਜਿਹੜੇ ਰਸਤੇ ਤੋਂ ਆਏ ਨੇ ਇਹ ਨਸ਼ਾ ਤਸਕਰਾਂ ਦਾ ਰਸਤਾ ਹੈ। ਤੁਸੀਂ ਆਪਣੇ ਦੇਸ਼ ਦੀ ਸਿਕਿਉਰਿਟੀ ਨੂੰ ਕਮਜ਼ੋਰ ਕਰਤਾ ਹੈ। ਜਿਹੜੇ ਬਾਰਡਰ ਤੇ ਅਸੀਂ ਇੰਨੇ ਕਮਜ਼ੋਰ ਹੈਗੇ ਆ, ਅੱਜ ਉਹ BSF ਦਾ ਦਾਇਰਾ ਵੀ ਵਧਾਤਾ ਹੈ, ਬਟ ਉਹ ਸਾਡਾ ਬਾਰਡਰ ਅਜੇ ਵੀ ਕਮਜ਼ੋਰ ਹੈ ਬਿਕੋਜ਼ ਆਂਦਾ ਅਫਗਾਨਿਸਤਾਨ ਤੋਂ ਵੀ ਆਂਦਾ ਹੈ। ਅਫਗਾਨਿਸਤਾਨ ਵਿੱਚ ਜੋ ਹਾਲਾਤ ਨੇ ਅੱਜ ਤਾਲਿਬਾਨ ਕਰਕੇ, ਉਹਨਾਂ ਕੋਲ ਪੈਸਾ ਨਹੀਂ ਹੈ, ਉਹ ਦੇਖ ਰਹੇ ਨੇ ਭੁੱਖਮਾਰੀ ਤੇ ਉਹਨਾਂ ਨੇ ਤਾਂ ਆਪਣਾ ਸਮਾਨ ਇੱਥੇ ਭੇਜਣਾ ਹੈਗਾ। ਬੱਦੀ ਜਿਹਨੂੰ ਇੰਡਸਟਰੀ ਦਾ ਸੈਂਟਰ ਬਣਾਇਆ ਸੀ, ਉੱਥੇ ਨਾਲੇ ਨਸ਼ੇ ਦੀ ਫੈਕਟਰੀਆਂ। ਇਹ ਇੱਕ ਫਿਲਮ ਨੇ ਦਰਸਾਤਾ ਪਹਿਲਾਂ, ਪਰ ਅੱਜ ਨਾ ਕੇਂਦਰ ਸਰਕਾਰ ਕੁਝ ਕਰ ਪਾਈ ਹੈ ਬਿਕੋਜ਼ ਇਹ ਤੁਹਾਡੇ ਅੰਡਰ ਆਏਗਾ ਨਹੀਂ। ਕੇਂਦਰ ਸਰਕਾਰ ਨੇ ਉਦੋਂ ਬਾਰਡਰ ਨੂੰ ਵੀ ਨਹੀਂ ਕੰਟਰੋਲ ਕੀਤਾ। ਤਾਂ ਇਸ ਹਾਲਾਤ ਵਿੱਚ ਕੀ ਅਸੀਂ ਇਹੋ ਜਿਹਾ ਕੋਈ ਸੋਲੂਸ਼ਨ ਦੇਖ ਸਕਦੇ ਹਾਂ ਕਿ ਅਸੀਂ ਨਸ਼ੇ ਦਾ ਟ੍ਰੇਡ ਕਾਬੂ ਕਰ ਸਕੀਏ? ਕਿਉਂਕਿ ਗੱਲ ਉੱਥੇ ਹੀ ਆਉਂਦੀ ਹੈ ਕਿ ਇਹ ਪੋਲੀਟੀਕਲ ਵੈਂਡੇਟਾ ਨਹੀਂ ਹੈ, ਇਹ ਉਹ ਪਰਿਵਾਰਾਂ ਦੀ ਗੱਲ ਹੈ ਜੋ ਤਬਾਹ ਹੋ ਰਹੇ ਨੇ। ਇਹਦੇ 'ਚ ਦੋਨੋਂ ਗਵਰਨਮੈਂਟ ਨੂੰ ਬਰਾਬਰ ਤੇ ਚੱਲਣਾ ਪਏਗਾ ਕਿ ਜੇ ਪੰਜਾਬ ਗਵਰਨਮੈਂਟ ਕਵੇ ਜਾਂ ਹੋਰ ਕੋਈ ਸਟੇਟ ਕਵੇ ਕਿ ਉਹ ਇਕੱਲੇ ਕੰਟਰੋਲ ਕਰਨਗੇ। ਗਵਰਨਮੈਂਟ ਆਫ ਇੰਡੀਆ ਨੇ ਨਾਰਕੋਟਿਕਸ ਸੈੱਲ ਗਵਰਨਮੈਂਟ ਆਫ ਇੰਡੀਆ ਦਾ, ਪੰਜਾਬ ਦਾ, ਔਰ ਪੰਜਾਬ ਦੀ ਪੂਰੀ ਪੁਲਿਸ, ਪੰਜਾਬ ਦੇ ਹਰ ਡਿਪਾਰਟਮੈਂਟ ਦੇ ਉਹਦੇ 'ਚ ਬੰਦੇ, ਇਹ ਸਾਰਿਆਂ ਨੂੰ ਇਹਦੇ 'ਚ ਚੱਲਣਾ ਪਏਗਾ। ਜਿਹੜੀ ਤੁਸੀਂ ਕਹਿ ਕੇ ਵਾਕਈ ਜਿਹੜਾ ਰੂਟ ਸੀਗਾ, ਰੂਟ ਅੱਜ ਵੀ ਠੀਕ ਹੈਗੇ ਨੇ। ਇਹਨਾਂ ਰੂਟਸ ਦੇ ਉੱਤੇ ਜਿਹੜੀ ਜਿੱਥੇ ਪੰਜਾਬ ਪੁਲਿਸ ਦਾ ਮੈਂ ਕਹਿੰਦਾ 30% ਕੰਮ ਹੈ ਉਹਨਾਂ ਰੂਟਸ ਨੂੰ ਬੰਦ ਕਰਨਾ। 70% ਗਵਰਨਮੈਂਟ ਆਫ ਇੰਡੀਆ ਦਾ ਕਿ ਜਿਹੜਾ ਬਾਰਡਰ ਆ ਉਹਨੂੰ ਇਹਦੇ ਤੇ ਕਿਤੇ ਨਹੀਂ, ਅਮਿਤ ਸ਼ਾਹ ਜੀ ਕਦੀ ਨਹੀਂ ਭਰ ਸਕਦੇ। ਇਹ ਨਹੀਂ ਕਹਿ ਸਕਦੇ ਅਮਿਤ ਸ਼ਾਹ ਹੋਣੀ ਕਿ ਨਹੀਂ ਇਹ ਪੰਜਾਬ ਦੇ ਵਿੱਚ, ਪੰਜਾਬ 'ਚੋਂ ਨਸ਼ਾ, ਪੰਜਾਬ 'ਚ ਵੈਪਨਸ, ਡਰੋਨ ਜਾਂ ਜਿਹੜੇ ਟਿਫਨ ਬੰਬ ਇਹ ਅਕ੍ਰੋਸ ਦ ਬਾਰਡਰ ਆ ਰਹੇ ਨੇ, ਉੱਧਰੋਂ ਪਾਕਿਸਤਾਨ ਸਾਈਡ ਤੋਂ ਆ ਰਹੇ ਨੇ। ਇਸ ਜ਼ਿੰਮੇਵਾਰੀ BSF ਦੀ ਬਣਦੀ ਹੈ। ਮੈਂ ਬਿਲਕੁਲ 100% BSF ਇਹੀ ਮੈਂ ਕਹਿਣਾ। ਮੈਂ ਹੋਮ ਮਿਨਿਸਟਰ ਸਾਹਿਬ ਕੋਲ ਕਈ ਦਿਨ ਹੋ ਗਏ, ਜਿਸ ਦਿਨ ਦਾ ਮੈਂ ਹੋਮ ਮਿਨਿਸਟਰ ਬਣਿਆ ਉਦੋਂ ਦੀ ਮੈਨੂੰ ਰਿਕੁਐਸਟ ਕਰ ਲਿਆ ਕਿ ਸਰ ਮੈਨੂੰ ਮਿਲ ਕੇ ਲਓ। ਬੇਸ਼ੱਕ ਮੈਂ ਕਾਂਗਰਸੀ ਹਾਂ, ਨਾ ਸੁਣਿਓ ਮੇਰੇ ਪੰਜਾਬ ਦੀ ਪੀੜਾ ਤੇ ਮੇਰੇ ਕੋਲ ਸੁਣ ਲਓ, ਮੇਰੇ ਤੇ ਸੁਣ ਲਓ। ਮੈਂ ਆਪ ਬਾਰਡਰ ਦਾ ਰਹਿਣ ਵਾਲਾ, ਮੇਰੀਆਂ ਗ੍ਰੀਵੈਂਸਿਸ ਤੇ ਸੁਣ ਲਓ। ਮੇਰੀਆਂ ਜ਼ਮੀਨਾਂ ਪਾਰ ਨੇ, ਮੈਨੂੰ ਉਹ ਤੇ ਵੇਖ ਲੈਣ ਦਿਓ। ਕਿਉਂ ਸਾਨੂੰ ਸਵੇਰੇ 8 ਵਜੇ ਤੋਂ 5 ਵਜੇ ਤੱਕ ਹੀ ਮਿਲਦੀ ਹੈ ਛੁੱਟੀ? ਕਿਉਂ ਉੱਥੇ ਆਣ ਕੇ ਕਿਵੇਂ ਰਹਿੰਦੇ ਨੇ? ਇਹਦੇ ਕੰਮ ਤੇ ਗਵਰਨਮੈਂਟ ਆਫ ਇੰਡੀਆ ਦੇ ਜਿਹੜੀ ਇੰਟਰਨੈਸ਼ਨਲ ਬਾਉਂਡਰੀ ਆ ਉਹ ਪੰਜਾਬ ਗਵਰਨਮੈਂਟ ਦੇ ਅੰਡਰ ਨਹੀਂ ਗੀ। ਇੰਟਰਨੈਸ਼ਨਲ ਬਾਉਂਡਰੀ ਜਿਹੜੀ ਆ ਉਹ ਗਵਰਨਮੈਂਟ ਆਫ ਇੰਡੀਆ ਦੇ, ਪਰ ਉਹਨਾਂ ਦਾ ਸਿਸਟਮ ਹੀ ਇਹੋ ਜਿਹਾ, ਉਹ ਸਾਨੂੰ ਹੀ ਝੂਠਿਆ ਕਰੀ ਜਾਂਦੇ, ਸਾਡੀ ਕੋਈ ਸੁਣਨ ਨੂੰ ਤਿਆਰ ਨਹੀਂ। ਅਸੀਂ ਕਿਉਂ ਹੈ? ਕਿਉਂਕਿ ਇਸ ਪੰਜਾਬ ਦਾ ਬਾਰਡਰ ਦੇ ਅਸੀਂ ਹਾਲ ਵਿੱਚ ਦੇਖਿਆ ਕਿ ਗੁਜਰਾਤ ਦੇ ਪੋਰਟ ਚੋਂ ਕਿੰਨਾ ਜ਼ਿਆਦਾ ਨਸ਼ਾ ਸਭ ਤੋਂ ਵੱਧ ਉੱਥੋਂ ਫੜਿਆ ਜਾ ਰਿਹਾ। ਸੋ ਹਰ ਜਗ੍ਹਾ ਤੋਂ ਆ ਰਿਹਾ ਹੈ। ਤਾਂ ਗਵਰਨਮੈਂਟ ਇੱਕ ਬੱਚੇ ਨੂੰ ਜਿਹੜਾ ਸਲਮਾਨ ਕੀ ਸ਼ਾਹਰੁਖ ਖਾਨ ਦੇ ਬੇਟੇ ਨੂੰ ਫੜਨ ਲਈ ਇੰਨਾ ਰੌਲਾ ਪਾਤਾ, ਪਰ ਜਿਹੜੇ ਐਡੇ ਵੱਡੇ ਨਸ਼ੇ ਦੇ ਆ ਰਹੇ ਇੱਥੋਂ ਆ ਕੇ ਰਾਜਸਥਾਨ ਨੂੰ ਜਾ ਰਿਹਾ, ਦਿੱਲੀ ਨੂੰ ਜਾ ਰਿਹਾ। ਉਹ ਕੰਮ ਕਰਦੀ ਆ ਜਿਹਦੇ ਚੋਂ ਉਹਨੂੰ ਇਲੈਕਸ਼ਨ ਦਾ ਕੁਝ ਦਿਸਦਾ ਹੋਵੇ। BJP ਉਹ ਕੰਮ ਨਹੀਂ ਕਰਦੀ ਜਿੱਥੇ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਠੀਕ ਕਰਨ ਵਾਲੇ ਪਾਸੇ ਜਾਣਾ ਹੋਵੇ। BJP ਉਹ ਕੰਮ ਕਰਦੀ ਹੈ ਕਿ ਅਸੀਂ ਪਬਲਿਸਾਈਜ਼ ਕਿਵੇਂ ਕਰਨਾ, ਪਬਲਿਕ ਦੇ ਵਿੱਚ ਕਿਵੇਂ ਜਾਣਾ ਤੇ ਬਾਅਦ 'ਚ ਪੈਰੀ ਕਿਵੇਂ ਪਾਉਣਾ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਹੀ ਆ, ਪਹਿਲੋਂ ਇਹਨੂੰ ਈਡੀ ਕਰਕੇ ਤੇ ਬਾਅਦ 'ਚ ਘੁੱਟਣਿਆਂ ਪਰ ਆਪਣੇ ਪੈਰਾਂ 'ਚ ਇਹਨਾਂ ਨੇ ਸੁੱਟ ਲਿਆ। ਇਹ ਜਿਹੜੀਆਂ ਚੀਜ਼ਾਂ ਨੇ ਇਹ ਮੈਂ ਉਹਨਾਂ ਨੂੰ ਕਹਿਣਾ ਕਿ ਇਹ ਕੰਟਰੀ ਦੀ ਜਿਹੜੀ ਸਿਕਿਉਰਿਟੀ। ਤੁਸੀਂ ਕਹਿੰਦੇ ਕਿ ਕੈਪਟਨ ਅਮਰਿੰਦਰ ਸਿਰਫ ਈਡੀ ਕਰਕੇ ਉੱਤਰ ਗਏ? ਮੈਂ ਤੇ ਨਾਲ ਦੀ ਹਾਂ। ਮੈਂ ਬਹੁਤਾ ਬੋਲਣਾ ਨਹੀਂ ਚਾਹੁੰਦਾ। ਮੇਰੇ ਵੱਡੇ ਐਲਡਰ ਕਹਿ ਲਓ ਜਾਂ ਫਾਦਰ ਫਿਗਰ ਕਹਿ ਲਓ, ਤੇ ਪਰ ਜਦੋਂ ਉਹ ਬੋਲਦੇ ਨੇ ਮੇਰੇ ਖਿਆਲ ਉਹਨਾਂ ਪਤਾ ਨਹੀਂ ਲੱਗਦਾ। ਜੋ ਭਰਤ ਚਹਿਲ ਵਰਗੇ ਲਾਗੂ ਗੱਲਾਂ ਕਰਦੇ ਨੇ, ਜਿਸ ਬੰਦੇ ਦਾ ਭਰਤ ਚਹਿਲ ਵਰਗੇ ਐਡਵਾਈਜ਼ਰ ਹੋਣਗੇ ਉਹ ਕਿੱਥੇ ਜਾਈ ਖਲੋਣਗੇ? ਜਿੱਥੇ ਸੁਰੇਸ਼ ਕੁਮਾਰ ਹੋਣੀ ਪਤਾ ਨਹੀਂ ਕਿੱਥੇ ਚਲੇ ਗਏ। ਕੈਪਟਨ ਅਮਰਿੰਦਰ ਸਿੰਘ ਇਹੋ ਜਿਹਾ ਲੀਡਰ ਆ ਕਿ SK ਸਿਨਹਾ ਜਿਹਨੇ ਅਕਾਲੀਆਂ ਦੇ ਟਾਈਮ 'ਚ ਸਭ ਤੋਂ ਵੱਧ ਜੇ ਕੋਈ ਓਪਨਲੀ ਆਣ ਕੇ ਮਿਲਦਾ ਸੀ ਤੇ SK ਸਿਨਹਾ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦਾ ਸੀ। ਤੇ ਜਿਸ ਦਿਨ ਕੈਪਟਨ ਉਹਦੀ SK ਸਿਨਹਾ ਦੀ ਡੈਥ ਹੋਈ ਤੇ ਕੈਪਟਨ ਅਮਰਿੰਦਰ ਸਿੰਘ ਉਹਦੇ ਘਰ ਅਫਸੋਸ ਕਰਨ ਵੀ ਨਹੀਂ ਗਿਆ। ਤੇ ਇਹ ਜਿਹੜੀਆਂ ਚੀਜ਼ਾਂ ਨੇ ਜਾਂ ਜਿਹੜੇ ਉਹਨਾਂ ਦੇ ਸਾਥੀ ਰਹੇ ਨੇ ਜਾਂ ਕੋਈ ਰਹੇ ਨੇ, ਤੇ ਆਦਮੀ ਨੂੰ ਆਪਣਾ ਉਹ ਦੇਖਣਾ ਚਾਹੀਦਾ ਕਿ ਜਿਨ੍ਹਾਂ ਨੇ ਔਖੀ ਟਾਈਮ 'ਚ ਮੇਰਾ ਸਾਥ ਦਿੱਤਾ ਉਹਨਾਂ ਦੇ ਨਾਲ ਖੜੇ ਹੋਣਾ ਚਾਹੀਦਾ।
ਤੇ ਜਿਹੜਾ ਆਦਮੀ ਆਪਣਾ ਹੀ ਸੋਚਦਾ, ਆਪਣੀ ਫੈਮਿਲੀ ਬਾਰੇ ਸੋਚਦਾ, ਤੇ ਉਹ ਬੰਦੇ ਕਦੀ ਲੀਡਰ ਕਾਮਯਾਬ ਨਹੀਂ ਹੁੰਦੇ। ਅਸੀਂ ਹੁਣ ਕੀ ਐਕਸੈਪਟ ਕਰ ਸਕਦੇ ਹਾਂ, ਬਿਕੋਜ਼ ਹਰ ਬੰਦੇ ਨੂੰ ਇਹ ਕਾਲ ਪੈ ਗਈ ਕਿ ਸਮਾਂ ਬਹੁਤ ਘੱਟ ਰਹਿ ਗਿਆ, ਸਮਾਂ ਬਹੁਤ ਘੱਟ ਰਹਿ ਗਿਆ। ਬਿਲਕੁਲ, ਤੁਸੀਂ ਬਾਹਰ ਦੇਖਿਆ ਹੀ ਆ, ਸਾਰਾ ਪੰਜਾਬ ਨੌਕਰੀਆਂ ਲੈਣ ਲਈ ਤੁਰ ਪਿਆ ਕਿ ਸਮਾਂ ਬਹੁਤ ਘੱਟ ਹੈ। ਕਿ ਯਾਰ ਸਮਾਂ ਤੇ ਰੁਕਣਾ ਹੀ ਨਹੀਂ, ਸਮੇਂ ਦੇ ਨਾਲ ਸਾਨੂੰ ਚੱਲਣਾ ਪਏਗਾ। ਜਿੰਨਾ ਸਮਾਂ ਤੇਜ਼ ਦੌੜਦਾ ਓਨਾ ਹੀ ਸਾਨੂੰ ਤੇਜ਼ ਦੌੜਨਾ ਪਏਗਾ। ਜੋ ਟਾਈਮ ਸਾਡੇ ਕੋਲ ਸਰਕਾਰ ਕਿਹਾ ਤੇ ਗਿਆ ਕੱਲ ਅਦਾਲਤ ਵਿੱਚ ਕਿ ਵੀ ਹਾਂ ਸਰਕਾਰ ਜਾਗ ਗਈ ਹੈ, ਬਟ ਕਿੰਨੀ ਜਾਗੀ ਹੈ, ਕਿੰਨੀ ਕਾਫੀ ਪਿਲਾਉਣ ਸਰਕਾਰ ਦੀ ਲੋੜ ਹੈਗੀ ਜਾਗੀ ਹੈ। ਆ। ਵੇਖੋ, ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆਫੀਸਰ ਨੂੰ ਕੰਮ ਕਰਨਾ ਚਾਹੀਦਾ, ਉਹਨਾਂ ਨੂੰ ਆਪਣੇ ਆਪ ਨੂੰ ਦੇਸ਼ ਭਗਤੀ ਦਾ ਸਬੂਤ ਦੇਣਾ ਪਏਗਾ। ਕਿਸੇ ਦਾ ਡਰ ਨਹੀਂ ਹੋਣਾ ਚਾਹੀਦਾ। ਆਫੀਸਰ ਨੇ ਆਫੀਸਰ ਰਹਿਣਾ। ਮੈਂ ਕੋਈ APS ਖੇਲ ਜਾਂ ਪੁਰਾਣੇ ਜਿਹੜੇ ਜਨਰਲ ਅਰੋੜਾ ਵਰਗੇ ਸੀ, ਜਿਨ੍ਹਾਂ ਨੇ ਪਾਕਿਸਤਾਨੀਆਂ ਦੇ ਜਿਹੜੇ ਪੈਰਾਂ 'ਚ ਹਥਿਆਰ ਸੁੱਟ ਵਾਲੇ ਪੰਜਾਬ ਦੇ ਆਫੀਸਰਾਂ ਨੇ ਅੱਤਵਾਦ ਖਤਮ ਕਰਕੇ ਰੱਖ ਦਿੱਤਾ, ਨਸ਼ੇ ਨੂੰ ਨੱਥ ਪਾਉਣ ਦੀ ਕੋਸ਼ਿਸ਼ ਕੀਤੀ। ਤੇ ਇਹ ਤੇ ਜੇ ਅਸੀਂ ਇਹੋ ਹੀ ਕਰਦੇ ਰਹਾਂਗੇ, ਡਰਦੇ ਰਵਾਂਗੇ, ਤਾਂ ਮੇਰਾ ਖਿਆਲ ਹੈ ਕਿ ਅਸੀਂ ਪੰਜਾਬ ਨਾਲ ਨਿਆਂ ਨਹੀਂ ਕਰ ਰਹੇ, ਅਸੀਂ ਉਹਨਾਂ ਨਾਲ ਇਨਜਸਟਿਸ ਕਰ ਰਹੇ ਹਾਂ। ਅਸੀਂ ਜਿਹੜੀ ਕਸਮ ਖਾ ਕੇ ਉਹਨੇ ਕਿ ਮੈਂ ਸੰਵਿਧਾਨ ਦੀ ਕਸਮ ਖਾਨਾ, ਤਾਂ ਫਿਰ ਕਸਮ ਛੱਡ ਦੇਣੀ ਚਾਹੀਦੀ ਹੈ। ਫਿਰ ਤੇ ਕਹਿਣਾ ਚਾਹੀਦਾ ਕਿ ਅਸੀਂ ਲੀਡਰਾਂ ਦੀ ਕਸਮ ਖਾਂਦੇ ਹਾਂ ਕਿ ਅਸੀਂ ਇਸ ਲੀਡਰ ਦੇ ਰਵਾਂਗੇ ਵਫਾਦਾਰ, ਇਸ ਲੀਡਰ ਦੇ। ਫਿਰ ਆਪਾਂ ਦੇਸ਼ ਦੇ ਤਾਂ ਵਫਾਦਾਰ ਹੈ ਹੀ ਨਹੀਂ। ਸੋ ਮਤਲਬ ਜਿਹੜਾ ਆਫਿਸਰ ਕੋਆਪਰੇਟ ਨਹੀਂ ਕਰ ਰਿਹਾ, ਮਤਲਬ ਇਹ ਉਹ ਵੇਟ ਕਰ ਰਹੇ ਨੇ ਕਿ ਇਹ ਸਰਕਾਰ ਜਾਣ ਵਾਲੀ, ਅਗਲੀ ਸਰਕਾਰ ਆਉਣਗੇ ਤਾਂ ਫਿਰ ਦੇਖੋ, ਇਹਨਾਂ ਨੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦਾ ਪਤਾ ਸੀ। ਜੇ ਕੈਪਟਨ ਅਮਰਿੰਦਰ ਸਿੰਘ ਇਹਨਾਂ ਆਫਿਸਰਾਂ ਤੇ, ਮੈਂ ਕਹਿੰਦਾ ਇਕੱਲੇ ਹਰਪ੍ਰੀਤ ਸਿੱਧੂ ਨੂੰ ਫ੍ਰੀ ਹੈਂਡ ਦੇ ਦਿੱਤਾ ਜਾਂਦਾ ਤੇ ਪੰਜਾਬ 'ਚ ਨਸ਼ਾ ਖਤਮ ਹੋ ਜਾਣਾ ਸੀ। ਪਰ ਉਹ ਵੀ ਬਾਅਦ 'ਚ ਡਿਸਹਾਰਟਡ ਹੋ ਗਿਆ ਕਿ ਯਾਰ ਮੈਨੂੰ ਦਿੰਦੇ ਹੀ ਕੁਛ ਨਹੀਂ। ਕਈ ਵਾਰ ਅਸੀਂ ਮਿਲਦੇ ਰਹੇ ਹਾਂ ਤੇ ਉਹ ਕਹਿੰਦੇ ਯਾਰ ਮੈਂ ਕੀ ਇਕੱਲਾ ਕਰ ਸਕਦਾ। ਵਾਕਿਆ ਸਾਡੀਆਂ ਗਲਤੀਆਂ ਆਪਣੇ, ਕਿਉਂਕਿ ਅਸੀਂ ਰਲ ਗਏ ਸੀ। ਸਰ, ਅੱਜ ਮਲੇਸ਼ੀਆ ਦੇ ਪੁਰਾਣੇ ਪ੍ਰਧਾਨ ਮੰਤਰੀ ਨੂੰ ਜੇਲ੍ਹ ਹੋਈ ਹੈ ਕਿ ਉਹਨਾਂ ਨੇ ਪੈਸਾ ਖਾਦਾ, ਉਹਨਾਂ ਦੀ ਨੀਅਤ ਮਾੜੀ ਸੀ। ਉਹਨਾਂ ਨੂੰ ਪਹਿਲੇ ਹੋਈ ਸੀ, ਅੱਜ ਉਹਨਾਂ ਦੇ ਵੱਡੀ ਅਦਾਲਤ ਨੇ ਉਹਨੂੰ ਪੱਕਾ ਕਰਤਾ 12 ਸਾਲ ਦੀ। ਇੱਕ ਪਾਸੇ ਅਸੀਂ ਮੰਨਦੇ ਹਾਂ ਕਿ ਇਹ ਸਾਹਮਣੇ ਆਉਣਾ ਚਾਹੀਦਾ ਹੈ ਕਿ ਨਸ਼ੇ ਦਾ ਵਪਾਰ ਕਿੱਥੋਂ ਸ਼ੁਰੂ ਹੋਇਆ, ਬਟ ਜਿਸ ਸਰਕਾਰ ਤੇ ਅਸੀਂ ਇਲਜ਼ਾਮ ਲਾਉਂਦੇ ਹਾਂ, ਜਿਸ ਪੰਥਕ ਪਾਰਟੀ ਤੇ ਇਲਜ਼ਾਮ ਲੱਗਦਾ ਹੈ ਕਿ ਵੀ ਉਹਨਾਂ ਦਾ ਆਗੂ ਸ਼ਾਇਦ ਇਹਦੇ ਵਿੱਚ ਹੈ ਜਾਂ ਨਹੀਂ, ਜਦ ਰਿਪੋਰਟ ਆਏਗੀ, ਉਹ ਸ਼ੁਰੂਆਤ ਦੀ ਗੱਲ ਸੀ। ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਅੱਜ ਵੀ ਚੱਲ ਰਿਹਾ ਹੈ। ਹੁਣ ਸਿਰਫ ਅਸੀਂ ਇਹ ਨਹੀਂ ਗੱਲ ਕਰ ਸਕਦੇ ਕਿ ਵੀ ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲੇ ਸ਼ੁਰੂ ਕਦ ਹੋਇਆ ਸੀ। ਅੱਜ ਗੱਲ ਇਹ ਕਰਨੀ ਪਏਗੀ ਉਹ ਚੱਲਦਾ ਕਿੱਦਾਂ ਹੈ। ਤੇ ਇਹ ਜਿਹੜੀ ਤੁਸੀਂ ਰਿਪੋਰਟ ਖੋਲੋਗੇ, ਇਹਦੇ ਵਿੱਚ ਮੈਂ ਤੁਹਾਨੂੰ ਕਰ ਦੇਣਾ ਕਿ ਮਲੇਸ਼ੀਆ ਦੀ ਅਦਾਲਤ ਨੇ ਜਿਹੜਾ ਕਰਪਸ਼ਨ ਦਾ ਜਿਹੜੀ ਉਹਨੂੰ ਸਜ਼ਾ ਦਿੱਤੀ, ਇਸੇ ਤਰ੍ਹਾਂ ਅਦਾਲਤਾਂ ਨੂੰ ਬੜੇ ਫਾਸਟ ਟਰੈਕ ਤੇ ਕੇਸ ਜਿਹੜੇ ਨੇ ਚਲਾਉਣੇ ਪੈਣਗੇ। ਜੇ ਅਸੀਂ ਕਹਾਂਗੇ ਕਿ ਨਾਰਮਲ ਕੋਰਸਿਸ ਦੇ ਵਿੱਚ ਦਿੱਤੇ ਜਾਣਗੇ, ਕਦੀ ਇਨਸਾਫ ਨਹੀਂ ਮਿਲੇਗਾ। ਡਿਲੇ ਜਿਹੜੀ ਆ ਇਹ ਜਿਹੜੀ ਆ ਇਹ ਨੁਕਸਾਨ ਕਰਦੀ ਆ। ਬਟ ਤੁਸੀਂ ਮੈਨੂੰ ਸਵਾਲ ਦੇਖੋ, ਤੁਸੀਂ ਰਿਪੋਰਟ ਦੋਗੇ ਉਹ ਤਾਂ ਉਹ ਹੋਏਗੀ ਕਿ ਅੱਜ ਤੋਂ 5 ਸਾਲ ਪਹਿਲੇ ਕੌਣ ਸੀ, 4.5 ਸਾਲ ਕਿੰਨੇ ਸਿਸਟਮ ਚਲਾਏ। ਜਿਹੜਾ ਲਿੰਕ ਤੁਰਿਆ ਉਹ ਸਾਨੂੰ ਤੋੜਨਾ ਪਏਗਾ। ਨੈਕਸਸ ਜਿਹਨੂੰ ਕਹਿ ਦਿੱਤਾ ਕਿ ਮਾਫੀਆ ਤਾਂ ਰੇਤ ਮਾਫੀਆ, ਲੈਂਡ ਮਾਫੀਆ, ਤੁਹਾਡਾ ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ। ਜਿੰਨੀ ਦੇਰ ਹਿੰਦੁਸਤਾਨ ਦੇ ਵਿੱਚ ਮਾਫੀਆ ਲਫ਼ਜ਼ ਖਤਮ ਨਹੀਂ ਕੀਤਾ ਜਾਏਗਾ, ਇਹ ਚੀਜ਼ਾਂ ਕਦੀ ਬੰਦ ਨਹੀਂ ਹੋਣਗੀਆਂ। ਅਫਸੋਸ ਦੀ ਤਾਂ ਗੱਲ ਇਹ ਹੈ ਨਾ ਕਿ ਜਿਹੜਾ ਮਾਫੀਆ ਵਰਡ ਹੈ ਉਹਦੇ ਵਿੱਚ ਸਰਕਾਰ ਵੀ ਸ਼ਾਮਿਲ ਹੈ। ਮਾਫੀਆ ਮੈਂ ਤੇ ਆਪ ਕਹੀ ਜਾਂਦਾ, ਮੈਂ ਹੁਣ ਕਿੰਨੇ ਕਿ ਮੈਂ ਤੇ ਕਹਿੰਦਾ ਕਿ ਜਿੰਨੀ ਦੇਰ ਪੁਲਿਸ ਨੈਕਸਸ ਖੁੰਡਾ ਨੈਕਸਸ ਨਹੀਂ ਤੋੜਾਂਗਾ, ਨਹੀਂ ਮਾਫੀਆ ਖਤਮ ਹੋਣਗੇ। ਜ਼ਿਆਦਾ ਰਿਸਪੌਂਸਿਬਿਲਿਟੀ ਮੇਰੀ ਬਣਦੀ ਆ ਕਿ ਇਹ ਨੈਕਸਸ ਤੋੜਨਾ ਹੋਮ ਮਿਨਿਸਟਰ ਦਾ ਕੰਮ ਆ। ਤੇ ਇਹ ਹੋਮ ਮਿਨਿਸਟਰ ਨੂੰ ਸਟਰੋਂਗ ਸਟੈਪਸ ਤੇ ਬੜੇ ਕੌੜੇ ਕੜਵੇ ਸਟੈਪ ਜਿਹੜੇ ਚੱਕਣੇ ਪੈਣਗੇ। ਮੈਨੂੰ ਲੋਕ ਗਾਲਾਂ ਵੀ ਕੱਢਣਗੇ ਕੋਈ ਇਹਨੂੰ ਮਿਲਿਆ, ਤੇ ਪਰ ਮੈਂ 3 ਮਹੀਨੇ 2.5 ਮਹੀਨੇ ਦੇ ਵਿੱਚ ਕਿਹਨੂੰ ਜਾ ਕੇ ਜੂੰਡਿਆਂ ਤੋਂ ਫੜ ਕੇ ਕੁਝ ਕਰ ਜਾਵਾਂ। ਮੇਰੀਆਂ ਵੀ ਲਿਮਿਟੇਸ਼ਨਸ ਨੇ, ਮੇਰੀਆਂ ਵੀ ਫਾਈਲਾਂ ਬਣਦੀਆਂ ਨੇ। ਮੈਂ ਫਾਈਲਾਂ 'ਤੇ ਸਾਈਨ ਕਰਦਾ, ਜੇ ਫਾਈਲਾਂ ਨਹੀਂ ਤੁਲਣਗੇ ਤੁਹਾਨੂੰ ਮੈਂ ਕੈਪਟਨ ਅਮਰਿੰਦਰ ਸਿੰਘ ਦੀ 4.5 ਸਾਲ ਦੀ ਫਾਈਲ 'ਤੇ ਮੈਂ 28/4/8 ਨੂੰ ਲਿਖਿਆ ਤੇ ਉਹਦੇ 'ਤੇ ਉਹਨੇ 3 ਮਹੀਨੇ ਲਾ ਦਿੱਤੇ, ਕੁਛ ਕਰਨਾ ਹੀ ਨਹੀਂ ਸੀ। ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਕਰਨੀਆਂ ਪੈਣਗੀਆਂ ਲੋਕਾਂ ਦੇ ਸਾਹਮਣੇ। ਮੈਂ ਇਹ ਕਰਕੇ ਰੱਖ ਦਿੱਤੀ ਸੀ ਕਿ ਸਾਰਾ ਕੁਝ ਇਹ ਜੇ ਕਹਿਣਾ ਕਿ ਫਾਈਲ ਕਿਉਂ ਨਹੀਂ ਖੁੱਲਦੀ, ਕਿੱਥੇ ਗਈ, ਕਿਵੇਂ ਗਈ, ਇਹ ਸਾਰਿਆਂ ਦੀ ਮੈਂ ਲੈਟਰ ਵੀ ਲਿਖੀ ਆ ਕਿ ਜਿਨ੍ਹਾਂ ਦੇ ਵਿੱਚ ਡਿਲੇ ਆ ਉਹਨਾਂ ਤੇ ਵੀ ਐਕਸ਼ਨ ਕੀਤਾ ਜਾਏ। ਇਹ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ। ਜਿਹੜੀ ਹੁਣ ਤੁਹਾਡੇ ਹੱਥ 'ਚ ਜਿਹੜੀ ਫਾਈਲ ਖੁੱਲੇਗੀ ਉਹਦੇ ਵਿੱਚ ਕੀ ਡਿਲੇ ਦਾ ਪਾਰਟ ਆਏਗਾ ਕਿ ਅਜੇ ਉੱਥੇ ਆਵਾਂਗੇ ਜਿੱਥੇ ਪਹਿਲੇ ਖੜੇ ਸੀਗੇ? ਨਹੀਂ, ਡਿਲੇ ਦਾ ਪਾਰਟ ਵੀ ਆਏਗਾ ਜਿਨ੍ਹਾਂ ਨੇ ਕੀਤੀ ਆ। ਕੈਪਟਨ ਅਮਰਿੰਦਰ ਸਿੰਘ ਦੀ ਵੀ ਪੁੱਛਗਿੱਛ ਤੇ ਹੋਣੀ ਚਾਹੀਦੀ ਹੈ ਇਹਦੇ 'ਚ ਕਿ ਸਰਦਾਰ ਸਾਹਿਬ ਤੁਸੀਂ 4.5 ਹਫ਼ਤਿਆਂ ਦੀ ਕਸਮ ਖਾ ਕੇ ਤੇ ਤੁਸੀਂ ਇਹ ਕੀ ਕੀਤਾ?
ਤੁਸੀਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਬਾਰੇ ਬਹੁਤ ਕੁਝ ਕਿਤਾਬਾਂ ਲਈ ਉਹ ਲੋਕਾਂ ਦੀਆਂ ਕਿਤਾਬਾਂ ਲਿਖਦੇ ਨੇ, ਜਦੋਂ ਉਹਨਾਂ ਦੀ ਲਿਖੀ ਨਾ ਤੇ ਇਹਨਾਂ ਮੇਰੇ ਖਿਆਲ ਕਿ ਇਹਨਾਂ ਕੋਲ ਆਪਣੀ ਕਿਤਾਬ ਆਪਣੇ ਕੋਲ ਹੀ ਨਹੀਂ ਪੜ੍ਹੀ ਜਾਣੀ। ਆਖਰੀ ਸਵਾਲ, ਮੈਂ ਤੁਸੀਂ ਬੜੇ ਸ਼ਬਦਾਂ ਵਿੱਚ ਬੜਾ ਕੁਝ ਕਿਹਾ, ਪਰ ਜੇ ਮੈਂ ਲੋਕਾਂ ਦੇ ਮਨ ਦੀ ਗੱਲ ਕਰਾਂ ਕਿ ਵੀ ਜੋ ਪਿਆ ਹੋਇਆ ਹੈ ਕਿ ਇਹ ਫਾਈਲ ਔਰ ਇਸ ਤੇ ਐਕਸ਼ਨ ਕਿੰਨੇ ਦਿਨਾਂ ਵਿੱਚ ਹੋਏਗਾ, ਉਸ ਬਾਰੇ ਕੁਝ ਸੰਤੁਸ਼ਟੀ ਕਹਿ ਸਕਦੇ, ਕੁਝ ਸ਼ਾਂਤੀ ਦੇ ਸਕਦੇ ਹੋ ਲੋਕਾਂ ਨੂੰ ਕਿ ਵੀ ਹਾਂ, ਬਿਕੋਜ਼ ਮੈਨੂੰ ਤਾਂ ਸਿਰਫ ਇਹ ਆਉਂਦਾ ਮੇਰਾ ਖਿਆਲ ਕਿ ਥੋੜੇ ਦਿਨਾਂ ਦੇ ਵਿੱਚ ਕੋਰਟ ਨੇ ਬਿਲਕੁਲ ਮੈਨੂੰ ਕਲੀਅਰ ਕਰ ਦੇਣਾ। ਕੋਰਟ ਦੇ ਐਕਸ਼ਨ ਤੇ ਵੇਟ ਕਰਾਂਗੇ। ਨਹੀਂ ਵੇਖੋ, ਜਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੀ ਆਪਣੀ ਜਿਹੜੀ ਇਨਕੁਆਰੀ ਆ, ਉਦੋਂ ਸਾਡੇ ਐਡਵੋਕੇਟ ਜਨਰਲ ਨੇ ਕਿਹਾ, ਫਿਰ ਉੱਥੋਂ ਦਿੱਲੀ ਤੋਂ ਲੈ ਕੇ ਕਿ ਸਾਡੀ ਜਿਹੜੀ ਇਨਕੁਆਰੀ ਚੱਲ ਰਹੀ ਹੈ, ਕੋਰਟ ਨੇ ਸਾਨੂੰ ਬਿਲਕੁਲ ਨਹੀਂ ਕਿਹਾ ਕਿ ਤੁਸੀਂ ਨਾ ਕਰੋ। ਇਸ ਲੋਕ ਕਿਉਂ ਚੱਲ ਰਹੀ ਹੈ? ਸਾਡੀ ਇਨਕੁਆਰੀ ਜਿਹੜੇ ਸਾਡੇ ਆਫੀਸਰ ਲੱਗੇ ਨੇ ਉਹਦੇ ਵਿੱਚ ਜਿਹੜੀ STF ਦੀ ਜਾਂ ED ਦੀ ਜਿਹੜੀ ਰਿਪੋਰਟਸ ਲੱਗੇ ਨੇ ਉਹਦੇ ਮੁਤਾਬਕ ਅਸੀਂ ਆਪਣੀ ਇਨਕੁਆਰੀ ਨੂੰ ਜਾਰੀ ਰੱਖੀ ਹੈ। ਔਰ ਇਸੇ ਕਰਕੇ ਤੇ ਸਾਡੇ ਅਗੇਂਸਟ ਪੋਲੀਟੀਕਲ ਪਾਰਟੀਆਂ ਰੌਲਾ ਪਾ ਰਹੀਆਂ ਨੇ ਕਿ ਇਹ ਜੀ ਕਿਹਨੂੰ ਫੜਨਗੇ। ਦੱਸੋ, ਜਦੋਂ ਜੇ ਫੜਨਗੇ ਕੋਰਟਾਂ ਇਨਸਾਫ ਕਰਨ ਨੂੰ ਬੈਠੇ ਨੇ, ਜੇ ਗਲਤ ਫੜਾਂਗੇ ਤੇ ਸਾਡੇ ਤੇ ਸਟਰਕਚਰ ਪਾਸ ਹੋਣਗੇ। ਸੋ ਇਹ ਸਰਕਾਰ ਮਿਲੀ ਹੋਈ ਨਹੀਂ, ਜਿਵੇਂ ਇਲਜ਼ਾਮ ਲਾਇਆ, ਬਿਲਕੁਲ ਮਿਲੀ ਹੋਈ ਹੈ। ਮੇਰਾ ਖਿਆਲ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਲਈ ਆਖਰੀ ਦਿਨ ਹੋਏਗਾ ਜੇ ਕੋਈ ਇਹ ਕਹੇਗਾ ਕਿ ਮਿਲ ਗਿਆ। ਇਹਦੇ 'ਚ ਮੈਂ ਆਪਣੇ ਆਪ ਨੂੰ ਬੜਾ ਵੱਡਾ ਗੁਨਾਹਗਾਰ ਸਮਝਾਂਗਾ। ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਬਹੁਤ, ਪਰ ਇੱਕ ਚੀਜ਼ ਮੈਂ ਕਹਿ ਸਕਦਾ ਕਿ ਰੰਧਾਵਿਆਂ ਦਾ ਖੂਨ, ਬਾਬਾ ਬੁੱਢਾ ਸਾਹਿਬ ਦੀ ਜਿਹੜੀ ਅੰਸ ਬੰਸ ਜਿਹਨੂੰ ਕਹਿ ਲਈਏ ਕਿ ਜਿਹੜੇ ਰੰਧਾਵੇ ਸਾਡੇ ਵੱਡੇ ਹੋਏ ਨੇ, ਬਾਬਾ ਅਜਿੱਤਾ ਰੰਧਾਵਾ ਜੀ ਨੇ ਬਾਬਾ ਨਾਨਕ ਨੂੰ, ਜੇ ਕਿਤੇ ਇਹ ਨਸ਼ਿਆਂ ਦੇ ਖਿਲਾਫ ਹੋ ਗਿਆ ਤੇ ਲਾਹਨਤ ਹੈ ਰੰਧਾਵਿਆਂ ਤੇ ਕਿ ਉਹ ਇਹੋ ਜਿਹੇ ਗਲਤ ਕੰਮਾਂ 'ਚ ਕਦੀ ਪੈਰ ਰੱਖਣ। ਸਾਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ। ਬੜਾ ਔਖਾ ਹੈ ਅੱਜ ਸਿਆਸਤਦਾਨਾਂ ਤੇ ਵਿਸ਼ਵਾਸ ਕਰਨਾ, ਪਰ ਹੁਣ ਸਮਾਂ ਇੰਨਾ ਘੱਟ ਹੈ ਕਿ ਸਾਫ਼ ਹੋ ਜਾਏਗਾ ਕਿ ਐਕਸ਼ਨ ਲਿਆ ਜਾਂਦਾ ਹੈ ਕਿ ਇਹ ਸ਼ਬਦ ਵਿਸ਼ਵਾਸ ਪਾਤਰ ਹੈ ਕਿ ਨਹੀਂ, ਇਹ ਸਾਫ਼ ਹੋ ਜਾਏਗਾ। ਸਾਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ।